आप करता आप भुगता आप कारण किया। आप करता आप भुगता आप कारण किया। आप करता आप भुगता आप कारण किया। आप कारण किया। आप कारण किया। आप करता आप भुगता आप कारण किया। बिनवत नानक से जान जिन्हें हर रस पिया। सूरज किरण मिले जल का जल हुआ। सूरज किरण मिले जल का जल हुआ। ज्योति ज्योत रवि संपूर्ण थिया राम। ज्योति ज्योत रवि संपूर्ण थिया राम। सूरज किरण मिले जल का जल हुआ राम। सूरज किरण मिले जल का जल हुआ राम। ज्योति ज्योत रवि संपूर्ण थिया राम। ज्योति ज्योत रवि संपूर्ण थिया राम। संपूर्ण थिया राम। संपूर्ण थिया राम। परम सत्कार योग सतगुरु सच्चे पातशाह जी की साजी निवाजी गुरु रूप साध संगत जी साहिबां की पावन पवित्र फतेह प्रवान करनी जी। वाहिगुरु जी का खालसा वाहिगुरु जी की फतेह। बहुत ही बड़े भागां वाले हाँ आप सारे जो धन धन साहिब श्री गुरु ग्रंथ साहिब जी महाराज जी के पावन पवित्र चरणों विच गुरु महाराज जी की कृपा सदका आपां जुड़े बैठे हैं जी। अज गुरु नानक देव सच्चे पातशाह जी का ज्योति जोत समाउण का दिवस है। सचखंड गवन का दिवस है। गुरु नानक देव सच्चे पातशाह जी इस संसार दे विच दुनिया नूं तारन वास्ते मालिक ने आप भेजे। आप सच्चे पातशाह जी का 1469 दे विच प्रकाश होया सी। महाराज की कुल उम्र 70 साल 4 महीने। गुरु नानक देव सच्चे पातशाह जी 4 उदासियां करके करतारपुर साहिब विखे
18 ਸਾਲ ਮਹਾਰਾਜ ਨੇ ਉੱਥੇ ਨਿਵਾਸ ਕੀਤਾ। ਨਾਨਕ ਸੱਚੇ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਸਭ ਤੋਂ ਪਹਿਲਾਂ ਜਿਸ ਵੇਲੇ ਮਹਾਰਾਜ 35 ਸਾਲ ਦੇ ਹੋਏ, 35 ਈਅਰਸ ਦੇ, ਸੱਚੇ ਪਾਤਸ਼ਾਹ ਜੀ ਦੇ 3 ਦਿਨ ਵੇਈ ਨਦੀ ਦਾ ਜਿਸ ਵੇਲੇ ਆਲੋਪ ਹੋਣ ਦਾ ਜ਼ਿਕਰ ਆਪਾਂ ਸੁਣਦੇ ਹਾਂ, ਐਸੇ ਐਸੇ ਕੌਤਕ ਬਚਪਨ ਦੇ ਵਿੱਚ ਹੋ ਗੁਜ਼ਰੇ ਸਨ, ਜਿਹਨੂੰ ਰਾਏ ਬੁਲਾਰ ਵੀ ਉੱਥੋਂ ਦਾ ਜਿਹੜਾ ਰਾਜਾ ਸੀ, ਤੇ ਫਿਰ ਦੌਲਤ ਖਾਨ ਵੀ ਜੋ ਸੱਚੇ ਪਾਤਸ਼ਾਹ ਜੀ ਦੇ ਕੋਲ ਸੁਲਤਾਨਪੁਰ ਲੋਧੀ ਜਿਸ ਵੇਲੇ ਮਹਾਰਾਜ ਆਏ, ਉੱਥੇ ਵੀ ਮਹਾਰਾਜ ਦੇ ਐਸੇ ਕੌਤਕ ਸਨ ਜੋ ਰੱਬ ਵਰਗੇ ਸੰਸਾਰ ਵਿੱਚ ਮਨੁੱਖਤਾ ਦੇ ਵਿੱਚ ਦੇਖੇ ਜਾ ਸਕਦੇ ਸਨ। ਧਿਆਨ ਰੱਖਣਾ, ਇੱਕ ਗੱਲ ਯਾਦ ਰੱਖਣਾ ਕਿ 2 ਪ੍ਰਕਾਰ ਦਾ ਜੀਵਨ ਹੁੰਦਾ ਹੈ। ਇੱਕ ਆਪਣੇ ਪੂਰਬਲੇ ਕਰਮ ਹੁੰਦੇ ਨੇ, ਉਸ ਅਨੁਸਾਰ ਆਪਾਂ ਇਸ ਵੇਲੇ ਜਨਮ ਲੈਂਦੇ ਹਾਂ, ਤੇ ਪੂਰਬ ਕਰਮ ਦੇ ਵਿੱਚ ਜੇ ਕਿਤੇ ਆਪਣੀ ਸੁਰਤ ਮਾਲਕ ਦੇ ਨਾਲ ਜੁੜੀ ਹੋਵੇ ਤੇ ਫਿਰ ਇਸ ਜਨਮ ਦੇ ਵਿੱਚ ਵੀ ਮਾਲਕ ਆਪਾਂ ਨੂੰ ਉਸ ਅਵਸਥਾ ਨੂੰ ਬਖਸ਼ਿਸ਼ ਕਰਦੇ ਹਨ। ਐਸੀ ਅਵਸਥਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਦੀ ਸੀ। ਛੋਟੀ ਜੀ ਅਵਸਥਾ ਵਿੱਚ ਹੀ ਆਪ ਜੀ ਨੇ ਰੱਬ ਦੇ ਗੁਣ ਗਾਉਣ ਦੀ ਜਿਹੜੀ ਅਵਸਥਾ ਪ੍ਰਾਪਤ ਕੀਤੀ, ਉਹ ਛੋਟੀ ਜੀ ਹੀ ਅਵਸਥਾ ਵਿੱਚ ਆਪ ਜੀ ਨੂੰ ਬਖਸ਼ਿਸ਼ ਹੋਈ। ਧਿਆਨ ਰੱਖਣਾ। ਹੁਣ ਖਿਆਲ ਕਰਿਓ ਕਿ ਰੱਬ ਨੇ ਜਨਮ ਲਿਆ, ਵਿਚਾਰਿਓ, ਰੱਬ ਜਨਮਦਾ ਨਹੀਂ ਹੈ। ਧਿਆਨ ਰੱਖਣਾ, ਰੱਬ ਨਾ ਜਨਮਦਾ ਤੇ ਨਾ ਰੱਬ ਮਰਦਾ ਹੈ। ਕਦੇ ਨਹੀਂ ਕਹਿਣਾ ਕਿ ਰੱਬ ਜੀ ਨੇ ਜਨਮ ਲਿਆ, ਨਹੀਂ ਕਹਿਣਾ। ਮਹਾਰਾਜ ਕਹਿੰਦੇ ਸੋ ਮੁਖ ਜਾਲੋ ਜਿਤ ਕਹੇ ਠਾਕੁਰ ਜੋਨੀ। ਧਿਆਨ ਰੱਖਣਾ, ਜੀਵਨ ਵਿੱਚ ਕਦੇ ਨਹੀਂ ਕਹਿਣਾ ਕਿ ਰੱਬ ਨੇ ਜਨਮ ਲਿਆ, ਐਸਾ ਨਹੀਂ ਹੈ। ਜਿਵੇਂ ਆਪਾਂ ਨੇ ਸੰਸਾਰ ਦੇ ਵਿੱਚ ਜਨਮ ਲਿਆ, ਆਏ ਨਾਨਕ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਪ੍ਰਕਾਸ਼ ਹੋਇਆ ਸੀ, ਉਹਨਾਂ ਦੀ ਮਾਤਾ ਤ੍ਰਿਪਤਾ ਜੀ ਦੇ ਘਰ ਦੇ ਵਿੱਚ, ਪਿਤਾ ਮਹਿਤਾ ਕਾਲੂ ਉਹਨਾਂ ਦੇ ਪਰਿਵਾਰ ਦੇ ਵਿੱਚ ਇਹਨਾਂ ਦਾ ਆਗਮਨ ਹੋਇਆ ਸੀ। ਧਿਆਨ ਰੱਖਣਾ, ਜਿਵੇਂ ਆਪਣੇ ਪੇਰੈਂਟਸ ਨੇ, ਉਹਨਾਂ ਦੇ ਵੀ ਪੇਰੈਂਟਸ ਸੀ। ਖਿਆਲ ਰੱਖਣਾ, ਆਏ ਨਹੀਂ ਕਦੇ ਖਿਆਲ ਕਰਨਾ ਕਿ ਰੱਬ ਨੇ ਜਨਮ ਲਿਆ। ਰੱਬ ਨਹੀਂ ਜਨਮ ਲੈਂਦਾ। ਰੱਬ ਸੰਸਾਰ ਦੇ ਵਿੱਚ ਹਮੇਸ਼ਾ ਹਮੇਸ਼ਾ ਰਹਿੰਦਾ ਹੈ, ਨਾ ਉਹ ਮਰਦਾ ਤੇ ਨਾ ਜਨਮ ਲੈਂਦਾ ਹੈ। ਰੱਬ ਜੀਵਨ ਵਿੱਚ ਪ੍ਰਕਾਸ਼ ਹੁੰਦੇ ਨੇ ਹਰ ਮਨੁੱਖਤਾ ਦੇ ਵਿੱਚ। ਸੋ ਇਹ 2 ਰਾਸਤੇ ਆਪਾਂ ਵਿਚਾਰ ਕਰ ਰਹੇ ਸੀ ਕਿ ਇੱਕ ਪੂਰਬ ਕਰਮ ਦੇ ਵਿੱਚ ਐਸੀ ਅਵਸਥਾ ਸੀ ਨਾਨਕ ਪਾਤਸ਼ਾਹ ਦੀ, ਜਿਵੇਂ ਪ੍ਰਹਿਲਾਦ ਸੀ, ਹੈ ਨਾ, ਛੋਟੀ ਜਿਹੀ ਅਵਸਥਾ ਵਿੱਚ 5 ਸਾਲ ਦਾ ਸੀ। ਮਾਤਾ ਪਿਤਾ ਐਸੀ ਅਵਸਥਾ ਦੇ ਵਿੱਚ ਦੀ ਗੁਜ਼ਰ ਰਹੇ ਸਨ ਕਿ ਪਿਤਾ ਹੰਕਾਰੀ ਹੋ ਗਿਆ। ਪ੍ਰਹਿਲਾਦ ਦੇ ਪਿਤਾ ਜੀ ਅਹੰਕਾਰੀ ਹੋ ਗਏ, ਹੰਕਾਰੀ, ਈਗੋਇਸਟਿਕ ਰਾਜੇ ਸਨ। ਰੱਬ ਨੇ ਉਹਨਾਂ ਨੂੰ ਸਬਕ ਸਿਖਾਉਣ ਵਾਸਤੇ ਉਹਨਾਂ ਦੇ ਹੀ ਘਰ ਵਿੱਚ ਇੱਕ ਪੈਦਾ ਕੀਤਾ ਬੱਚਾ, ਜਿਹਨੂੰ ਪ੍ਰਹਿਲਾਦ ਕਹਿੰਦੇ ਆ। ਧਿਆਨ ਰੱਖਣਾ, ਉਸ ਪ੍ਰਹਿਲਾਦ ਨੂੰ ਬਚਪਨ ਤੋਂ ਸੋਝੀ ਸੀ। ਬਚਪਨ ਤੋਂ, ਜਿਵੇਂ ਤੁਸੀਂ ਐਂ ਖਿਆਲ ਕਰੋ ਕਿ 2 ਪ੍ਰਕਾਰ ਦੇ ਬੰਦੇ ਹੁੰਦੇ ਨੇ, ਇੱਕ ਅਮੀਰ ਦੇ ਘਰੇ ਪੈਦਾ ਹੁੰਦਾ ਤੇ ਇੱਕ ਗਰੀਬ ਦੇ ਘਰੇ ਪੈਦਾ ਹੁੰਦਾ ਹੈ। ਧਿਆਨ ਰੱਖਣਾ, ਜਿਹੜਾ ਅਮੀਰ ਦੇ ਘਰੇ ਪੈਦਾ ਹੁੰਦਾ ਉਹਦੇ ਕੋਈ ਪਿਛਲੇ ਪੂਰਬਲੇ ਕਰਮ ਹੁੰਦੇ ਨੇ ਜਿਹੜੇ ਉਹਨੇ ਬੀਜੇ ਹੁੰਦੇ ਨੇ, ਜਿਹਦੇ ਕਾਰਨ ਉਹਨੂੰ ਧਨ ਦੇ ਘਰ ਦੇ ਵਿੱਚ ਉਸ ਨੂੰ ਜਨਮ ਮਿਲਦਾ ਹੈ। ਧਿਆਨ ਰੱਖਣਾ। ਤੇ ਇੱਕ ਗਰੀਬ ਦੇ ਘਰੇ ਪੈਦਾ ਹੁੰਦਾ, ਉਹ ਕਿਸੇ ਨਾ ਕਿਸੇ ਪ੍ਰਕਾਰ ਦੇ ਨਾਲ ਉਹਨੇ ਕੋਈ ਹੰਕਾਰ ਕੀਤਾ ਹੁੰਦਾ ਤੇ ਉਹਨੂੰ ਗਰੀਬ ਦੇ ਘਰੇ ਜਨਮ ਲੈਣਾ ਪੈਂਦਾ ਹੈ। ਫਿਰ ਰੱਬ ਉਹਦਾ ਵੀ ਸਹਾਈ ਹੁੰਦਾ ਹੈ। ਧਿਆਨ ਰੱਖਣਾ, ਜਿਵੇਂ ਮਾਤਾ ਤੇ ਪਿਤਾ ਦੇ ਘਰ ਦੇ ਵਿੱਚ 2 ਬੱਚੇ ਹੋਣ
ਕੋਈ ਗਰੀਬ ਯਾਨੀ ਛੋਟੀ ਜੀ ਉਹਦੀ ਬੁੱਧੀ ਹੋਵੇ ਤੇ ਮਾਤਾ ਪਿਤਾ ਉਹਦਾ ਵੀ ਧਿਆਨ ਰੱਖਦੇ ਨੇ। ਧਿਆਨ ਰੱਖਣਾ ਆਏ ਰੱਬ ਸਭ ਦਾ ਧਿਆਨ ਰੱਖਦੇ ਨੇ। ਜੀਵਨ ਦੀ ਇਸ ਗੱਲ ਨੂੰ ਸਮਝਣਾ ਕਿ ਅਮੀਰ ਬੰਦਾ ਕਿਤੇ ਪੂਰਬਲੇ ਕਰਮ ਹੁੰਦੇ ਨੇ, ਉਹਨੇ ਕੋਈ ਬੀਜਿਆ ਹੁੰਦਾ ਤੇ ਉਹਦੇ ਘਰੇ ਉਹ ਫਿਰ ਮਾਇਆ ਦੇ ਘਰੇ ਪੈਦਾ ਹੁੰਦਾ। ਪਰ ਜੇ ਜੀਵਨ ਦੇ ਵਿੱਚ ਰੱਬ ਨੂੰ ਭੁਲਾ ਦੇ ਤੇ ਫਿਰ ਉਹੀ ਬੰਦਾ ਹੰਕਾਰੀ ਹੋ ਜਾਂਦਾ, ਜਿਵੇਂ ਹਰਨਾਕਸ਼ ਹੋ ਗਿਆ ਸੀ। ਧਿਆਨ ਰੱਖਣਾ ਉਹੀ ਬੰਦਾ ਹੰਕਾਰੀ ਹੋ ਜਾਂਦਾ। ਨਹੀਂ ਤਾਂ ਗਰੀਬ ਬੰਦਾ ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ। ਜਿਹੜਾ ਗਰੀਬ ਬੰਦਾ ਕਿਤੇ ਇਸ ਜਨਮ ਦੇ ਵਿੱਚ ਰੱਬ ਦੀ ਗੱਲ ਨੂੰ ਮੰਨ ਲੇ, ਉਹਦੀ ਅਵਸਥਾ ਐਕਸੈਪਟੈਂਸ ਦੇ ਵਿੱਚ ਰਹੇ ਤੇ ਉਹ ਬੰਦਾ ਰੱਬ ਦਾ ਰੂਪ ਹੋ ਜਾਂਦਾ ਹੈ। ਇਤਨਾ ਉਹਦੀ ਅਵਸਥਾ ਉੱਚੀ ਹੁੰਦੀ ਹੈ। ਸੋ ਆਪਾਂ ਇਸ ਗੱਲ ਨੂੰ ਯਾਦ ਰੱਖਣਾ ਕਿ ਰੱਬ ਪੈਦਾ ਨਹੀਂ ਹੋਏ, ਨਾਨਕ ਪਾਤਸ਼ਾਹ ਪੈਦਾ ਹੋਏ। ਧਿਆਨ ਰੱਖਣਾ ਨਾਨਕ ਪਾਤਸ਼ਾਹ ਦੀ ਜਿਹੜੀ ਅਵਸਥਾ ਸੀ ਉਹ ਰੱਬ ਵਰਗੀ ਹੋਈ। ਇਸ ਗੱਲ ਨੂੰ ਸਮਝਣਾ ਕਿ ਹਰ ਬੰਦੇ ਨੇ ਜਿਹਨੇ ਜਨਮ ਲਿਆ ਇਸ ਧਰਤੀ ਦੇ ਉੱਤੇ, ਹਰ ਬੰਦੇ ਨੇ ਰੱਬ ਵਰਗਾ ਹੋਣਾ। याद रखना हर जन ऐसा चाहिए, हर जन जैसा हर ही होए। याद रखना आपां नूं ये जन्म इस वास्ते मिले है कि आपां ने रब वर्गे होना है। चाहे औरत है चाहे मर्द है, एते औरत मर्दा साजे ये सब रूप तुम्हारे। ध्यान रखना फिर ख्याल रखना कि जीवन विच एक नियम इस्टैबलिश महाराज करते ने। वो इस्टैबलिश ये करते ने कि जेड़ा भी बंदा जन्म लैंदा है ते रब की कृपा दे विच आ जाए ते वो बंदा जन्म लैन तो बाद इस गल नूं स्वीकार करन लग जाए कि मैं नहीं, मेरा मालिक तू समर्थ है। ध्यान रखना ये स्वीकार करन लग जाए। समझो बंदा बंदगी करन दे रास्ते ते तुर पिया। ਜਿਹੜਾ ਬੰਦਾ ਇਹ ਸਵੀਕਾਰ ਨਹੀਂ ਕਰਦਾ, ਆਪਣੇ ਆਪ ਨੂੰ ਜਨਾਉਂਦਾ ਹੈ, ਗੁਰਦੁਆਰੇ ਵੀ ਆਉਂਦਾ ਹੈ, ਪਾਠ ਵੀ ਕਰਦਾ ਹੈ, ਕੀਰਤਨ ਵੀ ਕਰਦਾ ਹੈ, ਪਰ ਈਗੋਇਸਟਿਕ ਹੈ। ਧਿਆਨ ਰੱਖਣਾ ਆਪਣੇ ਆਪ ਨੂੰ ਜਨਾਉਂਦਾ ਕਿ ਮੈਂ ਪਾਠ ਕਰਦਾ, ਮੈਂ ਕਥਾ ਕਰਕੇ ਆਇਆ, ਮੈਂ ਕੀਰਤਨ ਕੀਤਾ, ਮੈਂ ਸੇਵਾ ਕੀਤੀ, ਮੈਂ ਗੁਰਦੁਆਰਾ ਬਣਵਾਇਆ, ਹੈ ਨਾ। ਇਹ ਵੀ ਇੱਕ ਈਗੋ ਹੈ। महाराज कहते जीवन में कोई भी जदों तुहानू महाराज सेवा दिंदा है इस जगत दे विच, आपां नू महाराज सेवा दिंदे ने इस जगत विच, ते अपना मन जे तां ये गल कहन लग जे कि मालिक तू करा रहे हैं, तेरा कीता हो रहा है, तां समझो आपां भगती करन लग गए। जे अपना मन कोई भी सेवा करके, चाहे तुसी बच्चे नू पाल रहे हो, चाहे तुसी घर चला रहे हो, चाहे तुसी नौकरी कर रहे हो, चाहे तुसी गुरुद्वारे च सेवादार हो, चाहे तुसी कोई भी काम कर रहे हो, काम करके जे साडा मन हाले ये गल कहंदा है मैं कीता, मैं करके आया, है ना, ये मेरा कीता होया है, ते समझो हाले मैं जन्म तां लै लिया, मैनू हाले घट बैठे रब दी भगती नहीं प्राप्त हुई। उहदा अर्थ है कि मैनू घट बैठे रब की सोजी नहीं आई, घट बैठे रब नूं मैं भुलाता, मैं अपने आप नूं जनाउण लग गया। इत्थे आपां विचार करियो कि हर बंदे दे विच रब वसदा है। सब है घट राम बोलै, रामा बोलै, राम बिना को बोलै रे। हरेक बंदे विच रब बोलदे ने, हरेक बंदे विचों रब करदे ने। ये गल याद रखियो। जो किछ करे सो आपे स्वामी, हर आपे कार कमावे, हर आपे ही मत देवै स्वामी, हर आपे बोल बुलावे। ऐसा कोई बंदा नहीं है जिहदे विचों रब दा कीता नहीं हुंदा, जिहदे विचों रब नहीं बोलदे, जिहदे विचों रब नहीं करदे। ऐसा कोई बंदा नहीं है, चाहे किसी जाति दा, चाहे किसी टाइम फ्रेम दे विच दी मूव कर रहा है, इररिस्पैक्टिव ऑफ टाइम एंड स्पेस। ध्यान रखना हर बंदे विचों रब बोलते ने, हर बंदे विचों रब करते ने, हर बंदे विचों रब दा कीता होता है। हुण नैक्सट फेस सुनो। नैक्सट फेस ये है कि साडा मन रब नूं मनदा है कि नहीं मनदा है। इत्थे साडी गल दी अवस्था टिकदी है कि साडा मन अपने आप नूं जनाउंदा है
कि रब नूं मनदा है, रब दे कीते नूं रब दा कीता कहंदा है कि नहीं की कहंदा है। इस गल नूं आपां ने थोड़ा जिहा विचार करना है कि गुरु महाराज सानूं ये समझाउंदे ने कि इस जन्म दे विच कहंदे मन की मत त्यागो हर जन, ऐ हर जन अपने मन दी, मन का अर्थ है कि मैं जिहड़ा मेरा मन है अपनी मत त्याग दे। अपनी मत नहीं त्यागदा। जिहड़ा बच्चा बचपन तो इस गल नूं ना सीखे, यानी उहदा अर्थ है कि या तो उहनूं इनिशियली बैकग्राउंड उहदा बनिया होवे ते मन फिर सबमिट हुंदा है, मन सरेंडर करदा है। जिहड़ा बैकग्राउंड गुरु महाराज दा रब दा ना बनिया होवे जानकारी दा, वो बंदा फिर ईगोइस्टिक हो जाता है तो उन्होंने फिर रब मौका दिंदे ने। मौका दिंदे दा अर्थ है कि इस धर्मशाला दे विच राती रुती थिथी वार अगन पानी पवन पानी अग्नि पाताल तिसवी धरती थाप रखी धर्मशाल। ये धर्मशाल का अर्थ है स्कूल। धर्मशाला कहने ना, धर्मशाला राइटियसनैस दा स्कूल। कि इस स्कूल दे विच धरती दे उत्ते पैदा होने तो बाद हर बंदे नूं रब मौका दिंदे ने जी। हर बंदे नूं, चाहे वह मंदबुद्धि दा है, चाहे वह बंदा हंकारी है, चाहे बंदा कोई है, सब नूं इस धरती रूपी स्कूल दे विच महाराज एडमिशन दित्ती आपां नूं। ध्यान रखना। तो महाराज फिर सानूं ये ऐसे फेसिस विच दी कढदे ने जिथे बंदे नूं रियलाइज़ किसी ना किसी तरीके नाल रब कराउंदा है कि तू हंकारी है। वो जदों आपां हंकारी होने तो आपां नूं तकलीफ दिंदा है रब। तकलीफ आउंदी है रब वल्लों, जिन्हों महाराज कहते केतिया दुख भूख सद मार ए भी दात तेरी दातार। आ जिहड़ी दुख भुख में है ना तकलीफां आउंदियां ने जिहड़ियां, ये भी रब दी दात है, रब दी बख्शिश है। जे रब ये बख्शिश ना देवे, ये तकलीफ ना देवे, बंदा रब नूं कदे रब ही ना कहे। ध्यान रखना। बंदा रब दे घर ही ना आवे वापस। ध्यान रखना। अपने आप नूं रब कहाउण लग जे। ख्याल रखना। कहते जीवन का एक बहुत सुंदर नियम बनाया है कि रब ने जिस घरों आपां आया आपां ने उस घर विच जाना है। जहाँ ते उपजिया फिर ताहीं समाया। जिथों आपां पैदा होए ना रब दे घरों, आपां ने सब ने रब दे घर जाना है। ध्यान रखना। सबना सौरे वंजना सब मुकलावनहार। याद रखियो, हरेक बंदा जो रब दे घरों आया तो बंदे ने रब दे घर जाना है। तो इस जन्म विच जे नहीं जाएगा तो अगले जन्म च जाएगा। ये जन्म नहीं लेगा तो होर अगला जन्म लेगा। आपां इस तरह कई जन्म भुगतते आ रहे हैं। बहुत जन्म बिछड़े थे माधो, यह जन्म तुम्हारे लेखे। आ जिहड़ा जन्म हुण आपां नूं महाराज ने दिता है, कम से कम आपां रियलाइज़ करिए कि आपां गुरुद्वारे भी आ गए, महाराज आपां नूं गुरुद्वारे भी लैके आ गए। ध्यान रखना। ये कदे नहीं कहना मैं आ गया। आ जिहड़ी ईगो है ना मैं दी, इहनूं खत्म करदे जाना। जितना जल्दी जल्दी खत्म होंदी जाएगी समझना उतना अपने ते रब दी कृपा होने लग गई। ध्यान रखना। जितना बंदा मैं करनों छड्डेगा, समझो बंदा सिख बन गया, सिखन लग गया। बंदा रब दे प्यार दे विच आउण दा हुण मन बना लिया। नहीं तो महाराज कहंदे बंदा जिस वेले नहीं ना मनदा, कहंदे सतगुर साचा क्या करे जो सिखा मैं चूक। जे बंदा ना मने, कहे जी मैं ही हाँ, मैं करदा, मैं तेरी गल मननी नहीं, तेथों मैं आपदी गल मनाउणी है, तो वह बंदा समझो हाले चुक रहा सफ़र करेगा। होर सफरिंग्स आउणगियां अगे। याद रखना। सो इस नियम नूं नानक सच्चे पातशाह ने समझाया। इस नियम नूं समझाउण वास्ते नानक सच्चे पातशाह ने एक इंस्टीट्यूशन क्रिएट किया। यू नो वॉट दैट इंस्टीट्यूशन वॉज कि रब सब दे विचों बोलदे ने, ते जिन्ना जिन्ना विचों रब बोले उन्हां दी बाणी महाराज ने स्पैशली ध्यान रखना दर्ज की। महाराज ने अपनी पोथी रखते से, एक बुक रखते सन आपदे कोल, जिन्हों पोथी कहते सन। ध्यान रखना। जिथे जाते महाराज
ਉੱਥੇ ਇੱਕ ਸ਼ਬਦ ਉਚਾਰਨ ਕਰਦੇ, ਉਹ ਸ਼ਬਦ ਵਿੱਚ ਲੋਕ ਪੜ੍ਹ ਕੇ ਜੀਵਨ ਦੇ ਵਿੱਚ ਕਹਿੰਦੇ ਭਾਈ ਆਏ ਸਿੱਖੀ ਸਿੱਖਦੇ ਸਨ। ਜੋ ਗੁਰੂ ਨਾਨਕ ਸਾਹਿਬ ਦੇ ਐਕਸਪੀਰੀਅੰਸ ਸਨ ਟੂਵਰਡਸ ਗॉड ਵਿਦਿਨ, the same experience was shared by Guru Nanak Sache Pasha in that village from which he was moving। ਧਿਆਨ ਰੱਖਣਾ, ਜਿੱਥੋਂ ਜਿੱਥੋਂ ਗੁਰੂ ਨਾਨਕ ਪਾਤਸ਼ਾਹ ਮੂਵ ਕਰ ਰਹੇ ਸਨ, ਇੱਧਰ ਅਸਾਮ ਵੱਲ ਵੀ ਆਏ ਹੈ ਨਾ ਮਹਾਰਾਜ, ਇੱਥੋਂ ਵੀ ਲੰਘੇ ਨੇ। ਸੋ ਕਹਿਣ ਦਾ ਮੇਰਾ ਭਾਵ ਇਹ ਹੈ ਕਿ ਨਾਨਕ ਸੱਚੇ ਪਾਤਸ਼ਾਹ ਜਿਤਨਾ ਉਹਨਾਂ ਨੇ ਉਦਾਸੀਆਂ ਕੀਤੀਆਂ, ਟਰੈਵਲ ਕੀਤਾ, ਫਿਜ਼ੀਕਲੀ ਮੂਵ ਕੀਤਾ, ਇੰਨਾ ਕੋਈ ਵੀ ਪ੍ਰੋਫਿਟ ਸੰਸਾਰ ਦੇ ਉੱਤੇ, ਧਰਤੀ ਦੇ ਉੱਤੇ ਮੂਵ ਨਹੀਂ ਕਰਿਆ। ਧਿਆਨ ਰੱਖਣਾ, ਕਿਸੇ ਵੀ ਇਤਨਾ ਪ੍ਰੋਫਿਟ ਨੇ ਯਾਨੀ ਮੈਸੇਂਜਰ ਨੇ, ਗॉड ਦੇ ਮੈਸੇਂਜਰ ਨੇ, ਕਹਿੰਦੇ ਇਹ ਮੈਸੇਜ ਦੇਣ ਵਾਸਤੇ ਇਤਨੀ ਟਰੈਵਲਿੰਗ ਨਹੀਂ ਕੀਤੀ। ਧਿਆਨ ਰੱਖਣਾ। ਸੋ ਰੱਬ ਨੇ ਨਾਨਕ ਪਾਤਸ਼ਾਹ ਤੋਂ ਇਹ ਮੈਸੇਜ ਕਨਵੇ ਕਰਨ ਵਾਸਤੇ ਰੱਬ ਨੇ ਆਪਣਾ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਚੁਣਿਆ। ਧਿਆਨ ਰੱਖਣਾ, ਚੁਣਿਆ। ਆਏ ਜੀਵਨ ਦੇ ਵਿੱਚ ਨਾਨਕ ਸੱਚੇ ਪਾਤਸ਼ਾਹ ਜੀ 3 ਦਿਨ, ਸਭ ਤੋਂ ਪਹਿਲਾਂ ਉਹਨਾਂ ਨੂੰ ਕੀ ਬਖਸ਼ਿਸ਼ ਹੋਈ? ਕਹਿੰਦੇ ਮੂਲ ਨਾਲ ਜੁੜਨ ਦੀ ਅਵਸਥਾ ਪੈਦਾ ਹੋਈ। ਮੂਲ ਮੀਨਸ ਸੋਰਸ, ਜਿਹਨੂੰ ਆਪਾਂ ਮੂਲ ਮੰਤਰ ਕਹਿੰਦੇ ਨਾ ਜੀ। ਮੂਲ ਮੰਤਰ ਮੀਨਸ ਮਨ ਅੰਤਰ, ਮੂਲ ਜਿਹੜਾ ਆਪਣੇ ਹੀ ਮਨ ਵਿੱਚ ਵਸਦਾ ਹੈ। ਜਿਹੜਾ ਰੱਬ ਵਸਦਾ ਹੈ ਨਾ, ਆਪਣੇ ਹੀ ਮਨ ਵਿੱਚ ਵਸਦਾ ਹੈ। ਆਪਣਾ ਮਨ ਰੱਬ ਨਾਲ ਨਹੀਂ ਵਸਦਾ, ਪਰ ਰੱਬ ਮਨ ਵਿੱਚ ਵਸਦਾ ਹੈ। ਧਿਆਨ ਰੱਖਣਾ, एक गल याद रखना, तिस साहिब की टेक नानक मनै माहे, है ना। जिस सिमरत सुख होए सगले दुख जाए। सानू सुख तां मिलना है जेड़ा रब मन विच वसदा है। जदों मन साडा रब विच वसन लग जाएगा तो मन नू तां सुख मिलेगा। साडा मन जे रब नू रिकगनाइज करेगा तां जीवन विच साडे मन दा उधार होना है, ਤਾਂ ਸਾਡਾ ਮਨ ਇਮੈਂਸੀਪੇਟ ਹੋਣਾ ਹੈ, ਮੁਕਤ ਹੋਣਾ ਹੈ, ਲਿਬਰੇਟ ਹੋਣਾ ਹੈ। ਨਹੀਂ ਤਾਂ ਮਨ ਭਟਕਦਾ ਰਹਿੰਦਾ ਹੈ। ਧਿਆਨ ਰੱਖਣਾ, ਇਹ ਮਨ ਕੇਤੜਿਆਂ ਜੁਗ ਭਰਮਿਆ। ਆਪਣਾ ਮਨ ਆਏ ਕਈ ਜਨਮਾਂ ਦਾ ਭਟਕ ਰਿਹਾ ਹੈ। ਧਿਆਨ ਰੱਖਣਾ, ਦੈਟ ਮੀਨਸ ਆਪਾਂ ਕਈ ਜਨਮਾਂ ਦੇ ਭਟਕ ਰਹੇ ਹਾਂ। ਯਾਨੀ ਆਪਾਂ ਕਈ ਜਨਮਾਂ ਦੇ ਸਰੀਰ ਲੈਂਦੇ ਹਾਂ ਅਤੇ ਫਿਰ ਹੰਕਾਰ ਕਰਦੇ ਰਹਿੰਦੇ ਹਾਂ। एक्सैप्टेंस नहीं आती साडे मन में, फिर मन साडा फेल हो जाता इस जीवन में। आए फिर असी मूव करते रहने, आए कई जन्मां दे भटक रहे हैं। कई जन्म पे कीट पतंगा, कई जन्म गज मीन कुरंगा, कई जन्म पंखी सर्प होयो, कई जन्म हैवर वृख जोयो। मिल जगदीश मिलन की बरिया, चिरंकाल यह देह संजरिया। यानी कई जन्मां तो आपां इस तरह शरीर लेंदे आ रहे हैं। ध्यान रख, इस तरह शरीर अपना आप गैदर करते जा रहे हैं। सो ख्याल करियो, आ जन्म दे विच जिहड़े साडे बच्चे ने, रिश्तेदार ने, पति है, पत्नी है, ये कोई पूर्व जन्म का साडा लेखा जोखा है जिहदे नाल फिर असी इकट्ठे हो जाने हैं। ध्यान रखना, जिहदे नाल असी इकट्ठे होए हैं। पूर्व जन्म के मिले संजोगी अंते को ना सहाई। यानी कोई पूर्व जन्म का साडा रिश्ता सी, तां सानू पत्नी मिली उस तरह, तां पति मिलिया, तां ऐसी माता मिली, तां ही ऐसा पिता मिलिया, तां ही ऐसे बच्चे मिले। कोई लेत देत सी अपनी। ध्यान रखना, पर हुण आ जन्म तो बाद ध्यान रखियो, ये बच्चे अपने नहीं रहने, फिर ये अपने बच्चे नहीं होणगे, अपने फिर होर बच्चे होणगे। ध्यान रखना, आपां होर किसे दे बच्चे होवांगे। ख्याल रखियो, ਆਪਾਂ ਹੁਣ ਇਹੀ ਬੱਚਿਆਂ ਦੇ ਅੱਗੇ ਬੱਚੇ ਬਣ ਕੇ ਪੈਦਾ ਫੇਰ ਹੋਵਾਂਗੇ ਜੇ ਇਸ ਜਨਮ ਦੇ ਵਿੱਚ ਆਪਾਂ ਜੇ ਜਿਉਂਦੇ ਮੁਕਤ ਨਾ ਹੋਏ। ਇਹ ਗੱਲ ਯਾਦ ਰੱਖਣਾ, ਆਪਾਂ ਜੇ ਜਨਮ ਲੈਣ ਤੋਂ ਬਾਅਦ ਇਸ ਸਰੀਰ ਦੇ ਵਿੱਚ, ਇਸ ਘਰ ਦੇ ਵਿੱਚ ਆਉਣ ਤੋਂ ਬਾਅਦ ਜੈਸੇ ਆਪਣੇ ਮਾਤਾ ਪਿਤਾ ਹੈ ਐਸੇ ਹੀ ਸਭ ਦੇ ਮਾਤਾ ਪਿਤਾ ਵਿੱਚ ਰੱਬ ਹੀ ਵਸਦਾ ਕਰਕੇ ਜਦੋਂ ਤੱਕ ਨਹੀਂ ਜਾਣਾਂਗੇ, आए जिमें अपने बच्चे ने, आए सब आपां रब दे ही बच्चे हाँ करके नहीं जानांगे। आए जीवन की मेर तेर नहीं खत्म करांगे, ये मोह प्यार विच प्रेम विच नहीं बदलांगे।
ਆਏ ਜਦੋਂ ਰੱਬ ਸਭ ਦੇ ਵਿੱਚ ਨਹੀਂ ਦਿਖੇਗਾ, ਸਿਰਫ ਆਪਣੇ ਵਿੱਚ ਦਿਖ ਰਿਹਾ ਹੈ, ਤੇ ਸਮਝੋ ਫਿਰ ਆਪਾਂ ਸਫਰਿੰਗ ਵਿੱਚ ਮੂਵ ਕਰ ਰਹੇ ਹਾਂ, ਫਿਰ ਸਫਰਿੰਗ ਵਿੱਚ ਮੂਵ ਕਰ। ਸਾਨੂੰ ਜੀਵਨ ਵਿੱਚ ਸਭ ਦੇ ਨਾਲ ਪਿਆਰ ਪੈਦਾ ਹੋਵੇ। ਮਹਾਰਾਜ ਕਹਿੰਦੇ ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣਾਈ। ਜੀਵਨ ਦੇ ਵਿੱਚ ਸਾਡੀ ਜਿਹੜੀ ਵਿਜ਼ਨ ਹੈ ਨਾ ਜੀ, ਉਹ ਰੱਬ ਵਰਗੀ ਹੋਵੇ। ਇਹ ਗੱਲ ਯਾਦ ਰੱਖਣਾ। ਤਾਂ ਜੇ ਰੱਬ ਵਰਗੀ ਹੋ ਰਹੀ ਹੈ ਤੇ ਸਮਝੋ ਸਾਨੂੰ ਅੰਡਰਸਟੈਂਡਿੰਗ ਆ ਰਹੀ ਹੈ, ਸਾਡਾ ਮਨ ਸਮਝ ਰਿਹਾ ਹੈ, ਸਾਡੇ ਮਨ ਨੂੰ ਗਿਆਨ ਹੋ ਰਿਹਾ ਹੈ, ਸਾਡਾ ਮਨ ਲਿਬਰੇਟ ਹੋ ਰਿਹਾ ਹੈ, ਇਸ ਜਨਮ ਵਿੱਚ ਆਪਾਂ ਬਖਸ਼ੇ ਜਾ ਰਹੇ ਹਾਂ। ਇਹ ਗੱਲ ਯਾਦ ਰੱਖਣਾ ਕਿ ਹਰ ਬੰਦੇ ਨੇ ਰੱਬ ਵਿੱਚ ਹੀ ਸਮਾਉਣਾ ਹੈ। ਹਰ ਬੰਦੇ ਨੇ ਇਹ ਰੀਅਲਾਈਜ਼ ਕਰਨਾ ਹੈ, ਜਦੋਂ ਤੋਂ ਪੈਦਾ ਹੋਏ ਹਾਂ, ਜਦੋਂ ਤੱਕ ਦੁਨੀਆ ਵਿੱਚ ਹੈਗੇ ਆ, ਉਦੋਂ ਤੱਕ ਜੋ ਵੀ ਕੰਮ ਆਪਣੇ ਵਿੱਚੋਂ ਹੋਇਆ ਉਹ ਰੱਬ ਦਾ ਕੀਤਾ ਹੋਇਆ। ਤੇ ਆਪਾਂ ਨੇ ਕੀ ਕਹਿਣਾ ਸੀ ਕਿ ਸਭ ਕੁਛ ਕੀਤਾ ਤੇਰਾ ਹੋਵੇ, ਨਾ ਹੀ ਕੁਛ ਅਸਾੜਾ ਜੀਓ। ਹਾਲੇ ਸਾਡਾ ਮਨ ਇਸ ਲੈਵਲ ਤੇ ਅੰਡਰਸਟੈਂਡਿੰਗ ਤੇ ਨਹੀਂ ਪਹੁੰਚਿਆ, ਨਹੀਂ ਪਹੁੰਚ ਰਿਹਾ। ਧਿਆਨ ਰੱਖਿਓ, ਅਸੀਂ ਗੁਰਦੁਆਰੇ ਆਉਣੇ ਆ ਪਰ ਆਹ ਗੱਲਾਂ ਨਹੀਂ ਸੁਣਦੇ। ਕਦੇ ਸੁਣੀ ਆਪਾਂ ਨੇ? ਇਹ ਜਿਹੜਾ ਜੀਵਨ ਦੀ ਅਵਸਥਾ ਹੈ ਨਾ, ਇਹ ਬਾਣੀ ਤੋਂ ਹੀ ਸਾਡੇ ਅੰਦਰ ਅੰਡਰਸਟੈਂਡਿੰਗ ਸੈਟਲ ਹੋਣੀ ਹੈ। ਅਸੀਂ ਬਾਣੀ ਨੂੰ ਗੁਰੂ ਨਹੀਂ ਮੰਨ ਰਹੇ। ਯੂ ਨੋ ਵਾਈ ਬਾਣੀ ਇਜ਼ ਗੁਰੂ ਟੂ ਬੀ ਅੰਡਰਸਟੂਡ ਐਜ਼ ਗੁਰੂ? ਇਹਨੂੰ ਜ਼ਰਾ ਸਮਝਣਾ ਕਿ ਮੇਰੇ ਅੰਦਰੋਂ ਜਦੋਂ ਰੱਬ ਬੁਲਾਉਂਦੇ ਤੇ ਰੱਬ ਬੁਲਾਉਂਦੇ ਨੇ, ਹੈ ਨਾ। ਜਿਨ੍ਹਾਂ ਵਿੱਚੋਂ ਰੱਬ ਨੇ ਬੋਲਿਆ ਉਸ ਬਾਣੀ ਨੂੰ ਗੁਰੂ ਕਿਹਾ। ਮਹਾਰਾਜ ਨੇ ਕੀ ਕਿਹਾ? ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਖਿਆਲ ਰੱਖਣਾ, ਕਿਉਂਕਿ ਹਰੇਕ ਬਿੰਦੇ ਵਿੱਚੋਂ ਰੱਬ ਬੋਲਦੇ ਨੇ, ਪਰ ਮਨ ਕੋਈ ਲੈਵਲ ਤੇ ਐਕਸੈਪਟ ਕਰ ਰਿਹਾ ਹੈ ਤੇ ਨਹੀਂ ਕਰ ਰਿਹਾ। ਜਿਹਨੇ ਐਕਸੈਪਟ ਕੀਤਾ ਉਹ ਫਿਰ ਬੋਲਦਾ ਹੈ ਕਿ ਮਾਲਕ ਤੂੰ ਬੁਲਾ ਰਿਹਾ ਤਾਂ ਮੈਂ ਬੋਲ ਰਿਹਾ, ਹੈ ਨਾ। ਉਹ ਬੰਦਾ ਦੀ ਮਨ ਦੀ ਅਵਸਥਾ ਇਸ ਲੈਵਲ ਤੇ ਆਉਂਦੀ ਹੈ ਕਿ ਤੂੰ ਕਰਾ ਰਿਹਾ ਤਾਂ ਮੈਂ ਕਰ ਰਿਹਾ। ਉਹਦੇ ਵਿੱਚੋਂ ਮੈਂ ਦਾ ਜਿਹੜਾ ਇਨਸਟਿੰਕਟ ਹੈ ਨਾ, ਉਹ ਖਤਮ ਹੁੰਦਾ ਜਾਂਦਾ ਹੈ, ਮਿਟਦਾ ਜਾਂਦਾ ਹੈ, ਯਾਨੀ ਉਹ ਰੱਬ ਦੇ ਵਿੱਚ ਮਿਲਦਾ ਜਾਂਦਾ ਹੈ। ਇਨ ਅਦਰ ਵਰਡਸ, ਧਿਆਨ ਰੱਖਣਾ, ਇਹਨੂੰ ਅੱਛੇ ਤਰੀਕੇ ਨਾਲ ਜੇ ਸ਼ਬਦ ਵਿੱਚ ਬੋਲਣਾ ਹੈ ਤੇ ਆਪਾਂ ਕਹਿਣਾ ਮੇਰਾ ਮਿਟਣਾ ਰੱਬ ਦਾ ਹੋਣਾ ਹੈ। ਧਿਆਨ ਰੱਖਣਾ, ਆਪ ਗਵਾਈਏ ਤਾਂ ਸੋ ਪਾਈਏ। ਸੋ ਖਿਆਲ ਕਰਨਾ, ਹਰ ਬੰਦੇ ਨੇ ਮਿਟਣਾ ਹੈ, ਚਾਹੇ ਉਹ ਔਰਤ ਹੈ ਚਾਹੇ ਉਹ ਮਰਦ ਹੈ। ਕੱਲ ਆਪਾਂ ਜ਼ਿਕਰ ਕਰ ਰਹੇ ਸੀ ਕਿ ਜਦੋਂ ਕੋਈ ਵੀ ਕੰਮ ਕਰਦੇ ਹਾਂ ਤੇ ਆਪਾਂ ਮਿਟਦੇ ਹਾਂ ਤਾਂ ਹੁੰਦਾ ਹੈ। ਕੱਲ ਆਪਾਂ ਇਸ ਲੈਵਲ ਦੇ ਉੱਤੇ ਵਿਚਾਰ ਕਰ ਰਹੇ ਸੀ ਕਿ ਜੇ ਮੈਂ ਪੜ੍ਹ ਰਿਹਾ ਤੇ ਮੈਂ ਮਿਟ ਰਿਹਾ ਤਾਂ ਮੈਂ ਪੜ੍ਹ ਰਿਹਾ, ਜੇ ਮੈਂ ਕੋਈ ਕੰਮ ਕਰ ਰਿਹਾ ਮੈਂ ਮਿਟ ਰਿਹਾ ਤਾਂ ਕੰਮ ਹੋ ਰਿਹਾ। ਤੇ ਮੇਰਾ ਮਨ ਨੂੰ ਸਮਝਣਾ ਚਾਹੀਦਾ ਲੌਜੀਕਲੀ ਕਿ ਜਦੋਂ ਕੋਈ ਮਿਟਿਆ ਸੀ ਤੇ ਕਰ ਕੋਈ ਹੋਰ ਰਿਹਾ ਸੀ, ਮੈਂ ਨਹੀਂ। ਧਿਆਨ ਰੱਖਣਾ, ਮੇਰਾ ਮਿਟਣਾ ਕੰਮ ਦਾ ਹੋਣਾ ਸੀ, ਮੇਰਾ ਮਿਟਣਾ ਪੜ੍ਹਨਾ ਸੀ। ਧਿਆਨ ਰੱਖਣਾ, ਜਦੋਂ ਮੈਂ ਮਿਟਦਾ ਤਾਂ ਪੜ੍ਹਦਾ। ਧਿਆਨ ਰੱਖਣਾ, ਤਾਂ ਪੜ੍ਹ ਹੁੰਦਾ ਹੈ। ਸੋ ਖਿਆਲ ਰੱਖਿਓ, ਜਦੋਂ ਵੀ ਕੋਈ ਅੱਛਾ ਕੋਈ ਵੀ ਕੰਮ ਆਪਣੇ ਵਿੱਚੋਂ ਹੋ ਰਿਹਾ ਹੈ, ਮੇਰਾ ਮਿਟਣਾ ਤੇ ਰੱਬ ਦਾ ਕਰਨਾ ਹੋ ਰਿਹਾ ਹੈ। ਆਖੋ ਸਤਨਾਮ। ਤੇ ਮੈਂ ਰੈਕਗਨਾਈਜ਼ ਕਰਨਾ ਹੈ, ਇਸ ਨੂੰ ਇਸਟੈਬਲਿਸ਼ ਕਰਨਾ ਹੈ, ਗੁਰਬਾਣੀ ਦੇ ਅਨੁਸਾਰ ਇਸਟੈਬਲਿਸ਼ ਕਰਨਾ ਹੈ ਕਿ ਜਦੋਂ ਵੀ ਕੰਮ ਕਰਦੇ ਹੋਈਏ ਕਦੇ ਭੁੱਲ ਕੇ ਨਹੀਂ ਕਹਿਣਾ ਮੈਂ ਕੀਤਾ, ਕਹਿਣਾ ਜੀ ਤੂੰ ਕਰਾ ਰਿਹਾ ਤਾਂ ਹੋ ਰਿਹਾ। ਤੇ ਜਦੋਂ ਕੰਮ ਹੋ ਜਾਏ ਤੇ ਕਦੇ ਨਹੀਂ ਕਹਿਣਾ ਮੇਰਾ ਕੀਤਾ ਹੋਇਆ, ਤੇ ਕਹਿਣਾ ਮਾਲਕ ਤੇਰਾ ਕੀਤਾ ਹੋਇਆ। ਤੂੰ ਕਰਤਾ ਸਚਿਆਰ ਮੈਂਡਾ ਸਾਈਂ, ਜੋ ਤਉ ਭਾਵੈ ਸੋਈ ਥੀਸੀ, ਜੋ ਤੂੰ ਦੇਹ ਸੋਈ ਹਾਂ ਪਾਈ ਰਹਾਓ। ਆਹ ਜਿਹੜੀ ਕਮਿਊਨੀਕੇਸ਼ਨ ਹੈ ਨਾ, ਇਹ ਡਾਇਰੈਕਟ ਕਮਿਊਨੀਕੇਸ਼ਨ ਹੈ ਇੰਡੀਵਿਜੂਅਲ ਦੀ ਰੱਬ ਦੇ ਨਾਲ। ਧਿਆਨ ਰੱਖਣਾ, ਜਿਸ ਵੇਲੇ ਮੈਂ ਪੜ੍ਹ ਰਿਹਾ ਤੇ ਮੈਂ ਤੂੰ ਰੱਬ ਨੂੰ ਕਹਿ ਰਿਹਾ, ਤੇ ਜਿਸ ਵੇਲੇ ਤੁਸੀਂ ਪੜ੍ਹੋਗੇ ਤੇ ਤੁਸੀਂ ਵੀ ਉਸ ਰੱਬ ਨੂੰ ਕਹੋਗੇ ਜਿਹੜਾ ਤੁਹਾਨੂੰ ਕਹਾ ਰਿਹਾ ਹੈ। ਧਿਆਨ ਰੱਖਣਾ, ਆਏ ਚੌਥੇ ਪਾਤਸ਼ਾਹ ਦਾ ਜਿਹੜਾ ਸ਼ਬਦ ਤੁਸੀਂ ਤੂੰ ਸ਼ਬਦ ਬੋਲ ਰਹੇ ਹੋ ਕਿ ਤੂੰ ਕਰਤਾ ਸਚਿਆਰ ਮਹਿੰਡਾ ਸਾਈਂ, ਜੋ ਤਉ ਭਾਵੈ ਸੋਈ ਥੀਸੀ, ਜੋ ਤੂੰ ਦੇ ਸੋਈ ਹਉ ਪਾਈ। ਇਹ ਜਿਸ ਵੇਲੇ ਚੌਥੇ ਪਾਤਸ਼ਾਹ ਬੋਲ ਰਹੇ ਸੀ ਨਾ, ਗੁਰੂ ਰਾਮਦਾਸ ਜੀ ਦਾ ਸ਼ਬਦ ਹੈ ਨਾ, ਤੇ ਜਿਸ ਵੇਲੇ ਚੌਥੇ ਪਾਤਸ਼ਾਹ ਬੋਲ ਰਹੇ ਸਨ ਤੇ ਉਹ ਆਪਣੇ ਰੱਬ ਨੂੰ ਬੋਲ ਰਹੇ ਸਨ।
ਰੱਬ ਉਹਨਾਂ ਨੂੰ ਉਹ ਵਿਜ਼ਨ ਦੇ ਰਿਹਾ ਸੀ ਤੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਫਿਰ ਰੱਬ ਨੂੰ ਗਾ ਰਹੇ ਸਨ। ਰੱਬ ਉਹਨਾਂ ਦੇ ਅੰਦਰ ਸੀ, ਜਿਵੇਂ ਆਪਣੇ ਅੰਦਰ ਰੱਬ ਹੁਣ ਇਸ ਵੇਲੇ ਵਸਦਾ ਹੈ। ਆਪਣੇ ਮਨ ਨੇ ਉਸ ਰੱਬ ਨੂੰ ਗਾਉਣਾ ਸਿੱਖਣਾ ਹੈ। ਇਹ ਗੱਲ ਯਾਦ ਰੱਖਣਾ ਜੀ, ਇਹ ਗੱਲ ਇਸਟੈਬਲਿਸ਼ ਰੱਖਣੀ ਆਪਣੇ ਜੀਵਨ ਵਿੱਚ ਕਿ ਸਾਡਾ ਰੱਬ ਕੋਈ ਸਾਡੇ ਸਰੀਰ ਤੋਂ ਬਾਹਰ ਨਹੀਂ ਹੈ। ਕੋਈ ਉਹਦੀ ਮੂਰਤੀ ਬਣਾ ਕੇ ਰੋਡ 'ਤੇ ਡਿਸਪਲੇ ਨਹੀਂ ਕਰ ਸਕਦਾ। ਧਿਆਨ ਰੱਖਿਓ ਕਿ ਕੋਈ ਰੱਬ ਜੀ ਰਾਮਚੰਦਰ ਜੀ ਖੜੇ ਕਰਤੇ, ਤੁਸੀਂ ਦੁਰਗਾ ਜੀ ਖੜੇ ਕਰਤੇ, ਹੋਰ ਦੇਵੀ ਦੇਵਤੇ ਖੜੇ ਕਰਤੇ ਤੇ ਤੁਸੀਂ ਉਹਨੂੰ ਰੱਬ ਮੰਨ ਲਓ। ਇਹ ਸਿੱਖ ਦਾ ਕੰਮ ਨਹੀਂ ਹੈ। ਇਹ ਗੱਲ ਜਿਹਨੇ ਸਿੱਖੀ ਹੁੰਦੀ ਹੈ ਉਹ ਇਹ ਮੰਨਦਾ ਹੈ ਕਿ ਰਾਮਚੰਦਰ ਵੀ ਰੱਬ ਦੀ ਬੰਦਗੀ ਕਰਦਾ ਰਹੇ, ਕ੍ਰਿਸ਼ਨ ਜੀ ਵੀ ਰੱਬ ਦੀ ਬੰਦਗੀ ਕਰਦੇ ਰਹੇ, ਬ੍ਰਹਮਾ ਵਰਗੇ, ਵਿਸ਼ਨੂੰ ਵਰਗੇ, ਸ਼ਿਵ ਜੀ ਵਰਗੇ ਵੀ ਰੱਬ ਦੀ ਬੰਦਗੀ ਕਰਦੇ ਰਹੇ, ਮਹਾਮਾਈ ਦੁਰਗਾ ਵੀ ਰੱਬ ਦੀ ਬੰਦਗੀ ਕਰਦੀ ਰਹੀ। ਧਿਆਨ ਰੱਖਣਾ, ਜੇ ਸਭ ਹੀ ਰੱਬ ਦੀ ਬੰਦਗੀ ਕਰ ਰਹੇ ਸੀ ਤੇ ਮੈਂ ਕਿਉਂ ਰੱਬ ਦੀ ਬੰਦਗੀ ਛੱਡ ਕੇ ਉਹਨਾਂ ਦੀ ਬੰਦਗੀ ਕਰਨ ਲੱਗ ਜਾ? ਇਹ ਗੱਲ ਸਮਝਣੀ ਹੈ। ਇਹ ਸਿੱਖ ਨੂੰ ਸਮਝਾਇਆ ਮਹਾਰਾਜ ਨੇ। ਹੁਣ ਦੂਜਾ ਐਗਜ਼ਾਮਪਲ ਸੁਣਿਓ ਕਿ ਗੁਰੂ ਨਾਨਕ ਪਾਤਸ਼ਾਹ ਨੇ ਰੱਬ ਦੀ ਬੰਦਗੀ ਕੀਤੀ, ਦਸੇ ਪਾਤਸ਼ਾਹੀਆਂ ਨੇ ਰੱਬ ਦੀ ਬੰਦਗੀ ਕੀਤੀ ਤੇ ਸਿੱਖ ਨੇ ਉਹਨਾਂ ਦੀ ਬੰਦਗੀ ਨਹੀਂ ਕਰਨੀ। ਤੁਸੀਂ ਕਦੇ ਖਿਆਲ ਕੀਤਾ? ਸਿੱਖ ਨੇ ਇਹ ਗੱਲ ਸਿੱਖਣੀ ਹੈ ਕਿ ਨਾਨਕ ਪਾਤਸ਼ਾਹ ਨੇ ਕਿਵੇਂ ਰੱਬ ਦੀ ਬੰਦਗੀ ਕੀਤੀ, ਮੈਂ ਵੀ ਉਸ ਤਰ੍ਹਾਂ ਹੀ ਰੱਬ ਦੀ ਬੰਦਗੀ ਕਰਨੀ ਹੈ। ਧਿਆਨ ਰੱਖਣਾ, ਜਿਵੇਂ ਗੁਰੂ ਅਮਰਦਾਸ ਜੀ, ਰਾਮਦਾਸ ਜੀ, ਇਹਨਾਂ ਸਾਰਿਆਂ ਨੇ ਜਿਸ ਵੇਲੇ ਰੱਬ ਦੀ ਬੰਦਗੀ ਕੀਤੀ ਤੇ ਸਿੱਖ ਨੇ ਇਹ ਨਹੀਂ ਸਿੱਖਣਾ ਕਿ ਦਸੇ ਪਾਤਸ਼ਾਹਾਂ ਦੀ ਫੋਟੋ ਰੱਖਣੀ ਹੈ ਤੇ ਮੈਂ ਮੰਡੇ ਨੂੰ ਗੁਰੂ ਨਾਨਕ ਦੀ ਪੂਜਾ ਕਰਾਂਗਾ, ਗੁਰੂ ਅੰਗਦ ਪਾਤਸ਼ਾਹ ਦੀ ਟਿਊਜ਼ਡੇ ਨੂੰ ਕਰਾਂਗਾ, ਵੈਡਨਸਡੇ ਨੂੰ ਮੈਂ ਗੁਰੂ ਅਮਰਦਾਸ ਜੀ ਦੀ ਕਰਾਂਗਾ। ਇਸ ਤਰ੍ਹਾਂ ਨਹੀਂ ਹੈ ਸਿੱਖੀ ਹੈ। ਧਿਆਨ ਰੱਖਣਾ, ਸਿੱਖ ਨੇ ਇਹ ਗੱਲ ਸਿੱਖਣੀ ਹੈ ਕਿ ਜਿਹੜੇ ਰੱਬ ਜੀ ਦੀ ਬੰਦਗੀ ਉਹਨਾਂ ਨੇ ਕੀਤੀ ਹੈ ਉਹ ਰੱਬ ਸਿਮਿਲਰ ਹੈ। ਬੰਦੇ ਵੱਖਰੇ ਵੱਖਰੇ ਨੇ। ਧਿਆਨ ਰੱਖਣਾ, ਆਪਾਂ ਸਾਰੇ ਵੱਖਰੇ ਵੱਖਰੇ ਹਾਂ ਪਰ ਰੱਬ ਸਿਮਿਲਰ ਹੈ। ਰੱਬ ਨਹੀਂ ਬਦਲਦੇ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨੇਚਰ ਕਰਤਾ ਸੋਈ। ਸੋਈ ਦਾ ਅਰਥ ਹੈ ਉਹੀ ਹੈ। ਧਿਆਨ ਰੱਖਣਾ, ਤੂੰ ਨਹੀਂ ਬਦਲਦਾ। ਇਸ ਗੱਲ ਨੂੰ ਸਮਝਣਾ ਜੀ। ਸਾਡੇ ਦਿਮਾਗ ਵਿੱਚ ਇਹ ਗੱਲ ਨਹੀਂ ਵਸ ਰਹੀ, ਨਹੀਂ ਵਸ ਰਹੀ। ਸੋ ਹੁਣ ਮੂਲ ਦੇ ਸ਼ਬਦ ਦੇਖਿਓ, ਮੂਲ ਮੰਤਰ ਦਾ ਤੁਸੀਂ ਕਨਸੈਪਟ ਸੁਣ ਲਿਓ। ਅੱਜ ਆਪਣਾ ਇਸ ਗੱਲ ਦਾ ਜੋ ਬੋਲਣਾ ਹੈ, ਵਿਚਾਰ ਕਰਨੀ ਹੈ, ਇਹ ਗੁਰੂ ਨਾਨਕ ਪਾਤਸ਼ਾਹ ਦੀ ਜੋਤੀ ਜੋਤ ਸਮਾਉਣ ਦੀ ਅਵਸਥਾ ਕਿਵੇਂ ਬਣੀ, ਸਾਡੀ ਕਿਵੇਂ ਹੋਣੀ ਹੈ, ਇਹਨੂੰ ਵਿਚਾਰ ਕਰ ਲੈ। ਯੂ ਕੈਨ ਅੰਡਰਸਟੈਂਡ ਥਰੂ ਮੂਲ ਮੰਤਰ ਸਾਹਿਬ। ਧਿਆਨ ਰੱਖਣਾ। ਸੋ ਮਹਾਰਾਜ ਕਹਿੰਦੇ ਮੂਲ ਲਾਗੇ ਸੇ ਜਨ ਪਰਵਾਨ, ਅੰਦਿਨ ਰਾਮ ਨਾਮ ਜਪ ਹਿਰਦੇ, ਗੁਰ ਸ਼ਬਦੀ ਹਰ ਏਕੋ ਜਾਨ। ਮੂਲ ਨਾਲ ਜੁੜਨਾ, ਸੋਰਸ ਨਾਲ ਜੁੜਨਾ। ਮੂਰਤੀਆਂ ਰੱਬ ਦੀਆਂ ਨਹੀਂ ਵੱਖਰੀਆਂ ਬਣਾਉਣੀਆਂ। ਬੰਦਿਆਂ ਦੀਆਂ ਮੂਰਤੀਆਂ ਹੋ ਸਕਦੀਆਂ ਨੇ, ਮਹਾਤਮਾ ਦੀਆਂ ਮੂਰਤੀਆਂ ਹੋ ਸਕਦੀਆਂ ਨੇ। ਧਿਆਨ ਰੱਖਣਾ, ਜਿਉਂਦਿਆਂ ਦੀ, ਮਰਨ ਤੋਂ ਬਾਅਦ ਨਹੀਂ। ਧਿਆਨ ਰੱਖਣਾ, ਜਿਉਂਦੀਆਂ ਮੂਰਤੀਆਂ ਬੈਠੀਆਂ ਆਪਾਂ। ਧਿਆਨ ਰੱਖਣਾ, ਇਹ ਜਿਉਂਦੇ ਮੂਰਤੀਆਂ ਵਿੱਚ ਰੱਬ ਨੂੰ ਦੇਖਣਾ। ਮਰਨ ਤੋਂ ਬਾਅਦ ਕੋਈ ਬੰਦਾ ਭੁਲੇਖਾ ਨਹੀਂ ਖਾਣਾ ਕਿ ਮੇਰੀ ਮੂਰਤੀ ਬਣਾ ਕੇ ਮੈਂ ਇੱਥੇ ਲੋਕਾਂ ਨੂੰ ਦੇ ਜਾਂ। ਆਖੋ ਸਤਨਾਮ। ਖਿਆਲ ਕਰਿਓ, ਇਹ ਭੁਲੇਖਾ ਦਸੇ ਪਾਤਸ਼ਾਹੀਆਂ ਨੇ ਸਿੱਖ ਜਗਤ ਵਿੱਚ ਨਹੀਂ ਪਾਇਆ। ਕਿਸੇ ਮਹਾਰਾਜ ਨੇ ਆਪਣੀ ਮੂਰਤੀ ਬਣਾ ਕੇ ਦੁਨੀਆ ਨੂੰ ਨਹੀਂ ਦਿੱਤੀ ਕਿ ਮੇਰੀ ਪੂਜਾ ਕਰਿਆ ਕਰੋ ਭਾਈ। ਆਖੋ ਸਤਨਾਮ। ਮਹਾਰਾਜ ਕਹਿੰਦੇ ਪੂਜੋ ਰਾਮ ਏਕ ਹੀ ਦੇਵਾ। ਤੁਸੀਂ ਖਿਆਲ ਕਰਿਓ, ਸ਼੍ਰੀ ਰਾਮਚੰਦਰ ਜੀ ਨੇ ਵੀ ਆਪਣੀ ਮੂਰਤੀ ਨਹੀਂ ਦਿੱਤੀ, ਲੋਕਾਂ ਨੇ ਬਣਾਤੀ। ਧਿਆਨ ਰੱਖਣਾ, ਜੇ ਜਿਤਨੇ ਵੀ ਲੋਕਾਂ ਨੇ ਦੇਵੀ ਦੇਵਤਿਆਂ ਦੀ, ਕ੍ਰਿਸ਼ਨ ਜੀ ਮਹਾਰਾਜ ਦੀ ਮੂਰਤੀ ਬਣਾਈ ਜਾਂ ਹੋਰ ਕਿਸੇ ਦੇਵੀ ਦੇਵਤੇ ਦੀ ਮੂਰਤੀ ਬਣਾਈ, ਇਹ ਕ੍ਰਿਸ਼ਨ ਜੀ ਨੇ ਨਹੀਂ ਦਿੱਤੀ। ਖਿਆਲ ਰੱਖਣਾ, ਲੋਕਾਂ ਨੇ ਮੂਰਤੀ ਬਣਾਤੀ। ਜਿਨ੍ਹਾਂ ਨੂੰ ਗਿਆਨ ਨਹੀਂ ਸੀ, ਜਿਵੇਂ ਹੁਣ ਮੈਂ ਮਰ ਜਾ, ਮੇਰਾ ਉਧਾਰ ਹੋ ਗਿਆ ਤੇ ਮੇਰਾ ਬੱਚਾ ਮੇਰੀ ਮੂਰਤੀ ਬਣਾ ਕੇ ਲੋਕਾਂ ਨੂੰ ਦੇਣ ਲੱਗ ਜੇ ਤੇ ਸਮਝੋ ਮੇਰਾ ਕਸੂਰ ਨਹੀਂ, ਉਹਨਾਂ ਦਾ ਕਸੂਰ ਹੈ। ਧਿਆਨ ਰੱਖਣਾ, ਜੀਵਨ ਦੇ ਵਿੱਚ ਦਸੇ ਪਾਤਸ਼ਾਹੀਆਂ ਨੇ ਆਪਣੀ ਮੂਰਤੀ ਬਣਾ ਕੇ ਲੋਕਾਂ ਨੂੰ ਨਹੀਂ ਵੰਡੀਆਂ, ਸਿੱਖਾਂ ਨੂੰ ਨਹੀਂ ਵੰਡੀਆਂ। ਮਹਾਰਾਜ ਨੇ ਕਿਹਾ ਭਾਈ ਉਸ ਰੱਬ ਦੀ ਤੁਸੀਂ ਸਾਰੇ ਬੰਦਗੀ ਕਰੋ ਜਿਹੜਾ ਰੱਬ ਦੀ ਬੰਦਗੀ ਅਸੀਂ ਵੀ ਕਰਦੇ ਰਹੇ, ਹੈ ਨਾ। ਪੂਜੋ ਰਾਮ ਏਕ ਹੀ ਦੇਵਾ, ਸਾਚਾ ਨਾਵਨ ਗੁਰ ਕੀ ਸੇਵਾ।
ਸੋ ਸੱਚੇ ਪਾਤਸ਼ਾਹ ਨੇ ਇੱਕ ਮੂਲ ਮੰਤਰ ਦਿੱਤਾ, ਮੂਲ ਮੰਤਰ, ਇਹਨੂੰ ਆਪਾਂ ਇੱਥੋਂ ਸ਼ੁਰੂ ਕਰੋ। ਇੱਕ ਓਂਕਾਰ। ਆ ਜਿਹੜਾ ਇੱਕ ਓਂਕਾਰ ਹੈ ਨਾ, ਇਹ ਦੋ ਡਿਫਰੈਂਟ ਆਈਡੈਂਟੀਟੀਜ਼ ਨੇ। ਇੱਕ ਤਾਂ ਨਿਊਮਰੀਕਲ ਵੈਲਿਊ ਹੈ, ਦੂਸਰਾ ਓਂਕਾਰ ਦਾ ਇੱਕ ਅੱਖਰ ਹੈ। ਧਿਆਨ ਰੱਖਣਾ, ਇਸ ਨਿਊਮਰੀਕਲ ਵੈਲਿਊ ਨੂੰ ਆਪਾਂ ਪਹਿਲਾਂ ਜਾਣੋ। ਇੱਕ, ਕਿ ਰੱਬ ਦੋ ਨਹੀਂ ਹੋ ਸਕਦੇ, ਰੱਬ ਦੋ ਨਹੀਂ ਹੋ ਸਕਦੇ, ਰੱਬ ਦਾ ਕੋਈ ਸ਼ਰੀਕ ਨਹੀਂ ਬਣ ਸਕਦਾ। ਨਾਨਕ ਪਾਤਸ਼ਾਹ ਰੱਬ ਦੇ ਸ਼ਰੀਕ ਨਹੀਂ ਬਣ ਸਕਦੇ। ਧਿਆਨ ਰੱਖਣਾ, ਦਸੇ ਪਾਤਸ਼ਾਹੀਆਂ ਰੱਬ ਦੇ ਸ਼ਰੀਕ ਨਹੀਂ ਬਣ ਸਕਦੇ। ਉਹਦਾ ਅਰਥ ਕੀ ਹੋਇਆ ਕਿ ਨਾਨਕ ਪਾਤਸ਼ਾਹ ਰੱਬ ਵਿੱਚ ਲੀਨ ਹੋ ਸਕਦੇ ਨੇ ਪਰ ਸ਼ਰੀਕ ਨਹੀਂ ਬਣ ਸਕਦੇ। ਆਖੋ ਸਤਨਾਮ। ਆਰ ਯੂ ਗੈਟਿੰਗ ਮਾਈ ਪੁਆਇੰਟ? ਕਿ ਜਿਹੜਾ ਵੀ ਬੰਦਾ ਰੱਬ ਦੀ ਬੰਦਗੀ ਕਰਦਾ ਹੈ ਉਹ ਰੱਬ ਦੇ ਵਿੱਚ ਲੀਨ ਹੋ ਸਕਦਾ ਹੈ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਖਿਆਲ ਰੱਖਣਾ ਕਿ ਸਾਡੇ ਭੁਲੇਖੇ ਨੇ, ਅਸੀਂ ਜਿਸ ਵੇਲੇ ਸ਼ਰੀਕ ਬਣਾ ਦਿੰਦੇ ਹਾਂ। ਧਿਆਨ ਰੱਖਣਾ ਕਿ ਨਾਨਕ ਪਾਤਸ਼ਾਹ ਤੁਹਾਡਾ ਕੰਮ ਕਰਨਗੇ ਜੀ, ਐਂ ਕਰਨਗੇ। ਮਹਾਰਾਜ ਕਹਿੰਦੇ ਨਾਨਕ ਪਾਤਸ਼ਾਹ ਨਹੀਂ ਕਰਨਗੇ, ਰੱਬ ਕਰੇਗਾ। ਧਿਆਨ ਰੱਖਣਾ, ਜਿਹੜਾ ਨਾਨਕ ਪਾਤਸ਼ਾਹ ਦਾ ਵੀ ਕੰਮ ਕਰਦਾ ਰਿਹਾ। ਧਿਆਨ ਰੱਖਣਾ, ਮਹਾਰਾਜ ਕਹਿੰਦੇ ਹਨ ਭਾਈ, ਹੁਣ ਨਾਨਕ ਪਾਤਸ਼ਾਹ ਦਾ ਸ਼ਬਦ ਸੁਣੋ ਕਿ ਤੂੰ ਜੀਵਨ ਦੇ ਵਿੱਚ, ਮਹਾਰਾਜ ਰੱਬ ਨੂੰ ਕਹਿੰਦੇ ਸੁਲਤਾਨ ਹੈ। ਕਹਿੰਦੇ ਤੂੰ ਸੁਲਤਾਨ ਕਹਾਂ ਹਾਂ ਮੀਆਂ, ਤੇਰੀ ਕਵਨ ਵਡਾਈ, ਜੋ ਤੂੰ ਦੇਹ ਸੋ ਕਹਾ ਸੁਆਮੀ। ਮੈਂ ਮੂਰਖ, ਕਹਿ ਦਿਓ ਮੈਂ ਮੂਰਖ। ਕੌਣ ਬੋਲ ਰਹੇ ਨੇ? ਬਾਬੇ ਨਾਨਕ ਬੋਲ ਰਹੇ ਨੇ, ਰੱਬ ਨੂੰ ਬੋਲ ਰਹੇ ਨੇ। ਰੱਬ ਕਿਹੜਾ ਰੱਬ? ਜਿਹੜਾ ਰੱਬ ਬਾਬੇ ਨਾਨਕ ਦੇ ਅੰਦਰ ਹੈ। ਉਹ ਰੱਬ ਜਿਹੜਾ ਨਾਨਕ ਪਾਤਸ਼ਾਹ ਨੂੰ ਬੁਲਾ ਰਿਹਾ ਹੈ, ਅਤੇ ਉਹ ਰੱਬ ਨਾਲ ਨਾਨਕ ਪਾਤਸ਼ਾਹ ਬੋਲ ਰਹੇ ਨੇ। ਆਪਾਂ ਨੇ ਵੀ ਉਸ ਰੱਬ ਨਾਲ ਬੋਲਣਾ ਜਿਹੜਾ ਆਪਾਂ ਨੂੰ ਰੱਬ ਬੁਲਾ ਰਿਹਾ ਅੰਦਰੋਂ। ਆਪਣਾ ਰੱਬ ਬਾਹਰ ਨਹੀਂ ਹੈ। ਯਾਦ ਰੱਖਣਾ, ਸਭ ਕੁਛ ਘਰ ਮੇਂ, ਕਹਿ ਦਿਓ ਇੱਕ ਵਾਰ, ਸਭ ਕੁਛ ਘਰ ਮੇਂ ਬਾਹਰ ਨਹੀਂ। ਬਾਹਰ ਟੋਲੇ ਸੋ ਭਰਮ ਭੁਲਾਏ। ਮਹਾਰਾਜ ਕਹਿੰਦੇ ਬਾਹਰ ਮੂਲ ਨਾ ਖੋਜੀਏ, ਬਾਹਰ ਰੱਤੀ ਮਾਤਰ ਵੀ ਬਾਹਰ ਨਹੀਂ ਖੋਜਣਾ। ਕਹਿੰਦੇ ਬਾਹਰ ਮੂਲ ਨਾ ਖੋਜੀਏ, ਘਰ ਮਾਹੇ ਵਿਧਾਤਾ। ਆਪਣੇ ਹੀ ਘਰ ਵਿੱਚ ਰੱਬ ਵਸਦੇ ਨੇ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁਖਾਂ ਸਾਧ ਨਾ ਪਾਇਆ। ਧਿਆਨ ਰੱਖਣਾ, ਜਿਹੜੇ ਮਨ ਵੱਲ ਮੁਖ ਰੱਖਦੇ ਨੇ ਉਹਨਾਂ ਨੂੰ ਇਹ ਅੰਡਰਸਟੈਂਡਿੰਗ ਨਹੀਂ ਆਉਂਦੀ, ਨਹੀਂ ਆਉਂਦੀ। ਜਿਹੜੇ ਗੁਰੂ ਦੇ ਗੁਰ ਵੱਲ ਮੁਖ ਰੱਖਦੇ ਨੇ ਉਹ ਇਸ ਅੰਡਰਸਟੈਂਡਿੰਗ ਵਿੱਚ ਲਿਵ ਕਰਦੇ ਨੇ। ਧਿਆਨ ਰੱਖਣਾ, ਇਸ ਗੱਲ ਨੂੰ ਆਪਣੇ ਮਨ 'ਚ ਸਮਝਾਉਣਾ ਜੀ। ਸੋ ਇੱਕ ਓਂਕਾਰ ਦਾ ਅਰਥ ਸੁਣਿਓ। ਇੱਕ ਦਾ ਅਰਥ ਹੈ ਇੱਕ ਮਾਲਕ। ਓਂਕਾਰ ਦਾ ਅਰਥ ਸੁਣਿਓ, ਇਹ ਤਿੰਨ ਦੇਵਤੇ ਨੇ, ਬ੍ਰਹਮਾ ਵਿਸ਼ਨ ਮਹੇਸ਼। ਕਾਇਆ ਅੰਦਰ ਬ੍ਰਹਮਾ ਵਿਸ਼ਨ ਮਹੇਸ਼ਾ, ਓਪਤ ਜਿਤ ਸੰਸਾਰਾ। ਸੱਚੇ ਆਪਣਾ ਖੇਲ ਰਚਾਇਆ, ਆਵਾ ਗਾਉਣ ਪਸਾਰਾ। ਇਹ ਆਪਣੇ ਸਰੀਰ ਦੇ ਵਿੱਚ ਹੀ ਇਹ ਦੇਵਤੇ ਕਿਉਂ ਬੋਲਦੇ ਆ ਆਪਾਂ, ਇਹਨੂੰ ਸੁਣਿਓ। ਆ ਜਿਹੜਾ ਸਾਡਾ ਮੈਂਟਲ ਸਿਸਟਮ ਹੈ ਨਾ, ਮੈਂਟਲ ਸਿਸਟਮ, ਤਿੰਨ ਸਿਸਟਮ ਨੇ ਸਾਡੇ, ਜਿਹਨੂੰ ਆਪਾਂ ਕਹਿੰਦੇ ਮੈਂਟਲ ਸਿਸਟਮ, ਡਾਈਜੈਸਟਿਵ ਸਿਸਟਮ, ਰੀਪਰੋਡਕਟਿਵ ਸਿਸਟਮ। ਧਿਆਨ ਰੱਖਣਾ, ਇਹ ਤਿੰਨੋਂ ਸਿਸਟਮ ਦਾ ਨਾਮ ਸੁਣੋ। ਜਿਹੜਾ ਮੈਂਟਲ ਸਿਸਟਮ ਹੈ ਉਹਨੂੰ ਬ੍ਰਹਮਾ ਕਹਿੰਦੇ ਨੇ, ਜਿਹੜਾ ਡਾਈਜੈਸਟਿਵ ਸਿਸਟਮ ਹੈ ਉਹਨੂੰ ਵਿਸ਼ਨੂੰ ਕਹਿੰਦੇ ਨੇ, ਜਿਹੜਾ ਤੁਹਾਡਾ ਸਾਡਾ ਰਿਪਰੋਡਕਟਿਵ ਸਿਸਟਮ ਹੈ ਇਹਨੂੰ ਸ਼ਿਵ ਕਹਿੰਦੇ ਨੇ। ਧਿਆਨ ਰੱਖਣਾ, ਤਾਂ ਇਹ ਸ਼ਿਵ ਮੰਦਿਰ ਦੇਖਦੇ ਹੋ ਨਾ ਲੋਕਾਂ ਦੇ ਬਣੇ ਹੋਏ, ਇਹ ਜੀਵਨ ਦੇ ਤਿੰਨ ਸਿਸਟਮਸ ਨੂੰ ਸਮਝਾਉਣ ਵਾਸਤੇ ਲੋਕਾਂ ਨੇ ਮੰਦਿਰ ਬਣਾਏ ਸੀ। ਖਿਆਲ ਰੱਖਣਾ, ਇਹਨਾਂ ਨੇ ਕੀ ਕੀਤਾ, ਦੇਵੀ ਦੇਵਤੇ ਸਮਝ ਕੇ ਪੂਜਾ ਸ਼ੁਰੂ ਕਰਤੀ ਹੈ। ਸੋ ਮਹਾਰਾਜ ਕਹਿੰਦੇ ਭਾਈ ਹਰੇਕ ਬੰਦਾ ਦੇਵਤਾ ਹੋਵੇ। ਦੇਵਤਾ ਦਾ ਅਰਥ ਸਮਝਦੇ ਹੋ ਕਿ ਮੈਨੂੰ ਰੱਬ ਦਿੰਦਾ ਤੇ ਮੈਂ ਤੁਹਾਨੂੰ ਦੇ ਰਿਹਾ। ਧਿਆਨ ਰੱਖਣਾ, ਜਿਵੇਂ ਮਾਂ ਨੂੰ ਮੇਰੇ ਰੱਬ ਦਿੰਦਾ ਤੇ ਬੱਚੇ ਨੂੰ ਦਿੰਦੀ ਹੈ ਮਾਂ, ਜਿਵੇਂ ਪਿਤਾ ਨੂੰ ਰੱਬ ਦਿੰਦਾ ਤੇ ਪਿਤਾ ਫਿਰ ਬੱਚੇ ਨੂੰ ਦਿੰਦਾ ਹੈ। ਧਿਆਨ ਰੱਖਣਾ, ਉਹਨੂੰ ਦੇਵਤਾ ਕਹਿੰਦੇ ਨੇ। ਤੁਸੀਂ ਦੇਖਦੇ ਹੋ ਇਹ ਪੁਰਾਣੇ ਟਰਮਨੋਲੋਜੀ ਹੈ, ਇਹ ਦੇਵਤਾ ਹੈ, ਇਹ ਖਾਵਤਾ ਹੈ, ਇਹ ਜਾਵਤਾ ਹੈ, ਇਹ ਲਾਵਤਾ ਹੈ ਨਾ, ਇਹ ਪੁਰਾਣੇ ਸ਼ਬਦ ਨੇ। ਧਿਆਨ ਰੱਖਣਾ, ਦੇਵਤਾ ਦਾ ਅਰਥ ਹੈ ਕਿ ਮੈਂ ਜੇ ਤੁਹਾਨੂੰ ਦੇ ਰਿਹਾ ਮੈਂ ਤਾਂ ਦੇ ਰਿਹਾ ਕਿਉਂਕਿ ਰੱਬ ਦਵਾਰ ਹੈ। ਆਖੋ ਸਤਨਾਮ, ਹੈ ਨਾ, ਇਹਨੂੰ ਦੇਵਤਾ ਕਹਿੰਦੇ ਨੇ। ਕਹਿੰਦੇ ਜਦੋਂ ਬੰਦਾ ਪੈਦਾ ਹੋਣ ਤੋਂ ਬਾਅਦ ਦੇਵਤਾ ਬਣ ਜਾਏ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਰ। ਜਦੋਂ ਬੰਦਾ ਗੁਰੂ ਦੇ ਗੁਰ ਨੂੰ ਸੁਣਦਾ, ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਰ।
ਜਿਹੜਾ ਗੁਰੂ ਦੇ ਇਸ ਅੰਡਰਸਟੈਂਡਿੰਗ ਤੋਂ ਬਲਿਹਾਰ ਜਾਂਦਾ ਹੈ, ਯਾਨੀ ਉਸ ਨੂੰ ਆਪਣੇ ਅੰਦਰ ਵਸਾ ਕੇ ਆਪਣੇ ਆਪ ਨੂੰ ਕੁਰਬਾਨ ਜਾਂਦਾ ਹੈ, ਉਹ ਫਿਰ ਬੰਦਾ ਦੇਵਤਾ ਬਣਦਾ। ਉਹਦਾ ਅਰਥ ਹੈ ਕਿ ਜਦੋਂ ਉਹ ਬੰਦਾ ਕਿਸੇ ਨੂੰ ਵੀ ਕੁਝ ਦੇਵੇਗਾ, ਦੇ ਕੇ ਕਹੇਗਾ ਮੈਂ ਤਾਂ ਦਿੱਤਾ ਕਿਉਂਕਿ ਰੱਬ ਨੇ ਦਵਾਇਆ। ਆਖੋ ਸਤਿਨਾਮ। ਮੈਂ ਸੇਵਾ ਤਾਂ ਕੀਤੀ ਕਿਉਂਕਿ ਰੱਬ ਨੇ ਕਰਾਈ। ਮੈਂ ਪਾਠ ਤਾਂ ਕੀਤਾ ਕਿਉਂਕਿ ਰੱਬ ਨੇ ਪਾਠ ਕਰਾਇਆ। ਮੈਂ ਗੁਰਦੁਆਰੇ ਤਾਂ ਆਇਆ ਕਿਉਂਕਿ ਰੱਬ ਲੈ ਕੇ ਆਇਆ, ਹੈ ਨਾ। ਉਹਨੂੰ ਦੇਵਤਾ ਕਹਿੰਦੇ ਨੇ। ਧਿਆਨ ਰੱਖਣਾ, ਉਹ ਕਦੇ ਭੁੱਲ ਕੇ ਨਹੀਂ ਕਹਿੰਦਾ ਮੈਂ ਦਿੱਤਾ, ਮੈਂ ਕੀਤਾ, ਮੈਂ ਪਾਠ ਕੀਤਾ, ਮੈਂ ਕਰਕੇ ਆਇਆ, ਨਹੀਂ ਬੋਲਦਾ। ਉਹ ਦੇਵਤਾ ਹੁੰਦਾ ਹੈ। ਦੇਵਤਾ ਦਾ ਅਰਥ ਹੈ ਰੱਬ ਨੇ ਦਿੱਤਾ ਸੀ ਤਾਂ ਮੈਂ ਤੁਹਾਨੂੰ ਦਿੱਤਾ। ਧਿਆਨ ਰੱਖਣਾ, ਕਿਸੇ ਨੂੰ ਵੀ ਜੇ ਤੁਸੀਂ ਟਕਾ ਵੀ ਦਿੱਤਾ ਨਾ, ਟਕਾ ਵੀ ਦੇ ਕੇ ਤੁਸੀਂ ਭੁੱਲ ਕੇ ਨਹੀਂ ਕਹੋਗੇ ਮੈਂ ਦਿੱਤਾ, ਤੁਸੀਂ ਫਸ ਜਾਓਗੇ, ਆਪਾਂ ਫਸ ਜਾਵਾਂਗੇ। ਕਦੇ ਭੁੱਲ ਕੇ ਨਹੀਂ ਕਹਿਣਾ ਮੈਂ ਦਿੱਤਾ, ਕਹਿਣਾ ਜੀ ਮਾਲਕ ਤੈਂ ਦਵਾਇਆ ਸੀ ਤਾਂ ਮੈਂ ਦਿੱਤਾ, ਜੇ ਤੂੰ ਨਾ ਦਿੰਦਾ ਮੈਂ ਕਿੱਥੋਂ ਦੇ ਸਕਦਾ। ਧਿਆਨ ਰੱਖਣਾ, ਐਸਾ ਜਿਸ ਵੇਲੇ ਦੇਵਤਾ ਬਣਦਾ ਹੈ, ਇਹਦਾ ਪਹਿਲਾ ਸਟੈਪ ਹੁੰਦਾ ਹੈ ਰੱਬ ਨਾਲ ਜਾਣ ਦਾ, ਰੱਬ ਨਾਲ ਮਿਲਣ ਦਾ। ਫਿਰ ਉਹ ਰੱਬ ਦੀ ਪ੍ਰੇਸ ਕਰਨ ਲੱਗ ਜਾਂਦਾ ਹੈ, ਯਾਨੀ ਆਪਣਾ ਮਨ ਰੱਬ ਨੂੰ ਐਡਰੈਸ ਕਰਨ ਲੱਗ ਜਾਂਦਾ ਹੈ। ਉੱਠਦਿਆਂ ਬੈਠਦਿਆਂ, ਉੱਠਤ ਬੈਠਤ ਸੋਵਤ ਜਾਗਤ ਇਹ ਮਨ ਤੁਝੇ ਚਿਤਾਰੇ, ਹੈ ਨਾ। ਫਿਰ ਰੱਬ ਨੂੰ ਚਿਤਾਰਨ ਲੱਗ ਜਾਂਦਾ ਹੈ, ਆਪਣਾ ਆਪ ਨੂੰ ਚਿਤਾਰਨੋਂ ਛੱਡ ਜਾਂਦਾ ਹੈ। ਧਿਆਨ ਰੱਖਣਾ, ਇਹਦੀ ਮੂਵਮੈਂਟ ਚੇਂਜ ਹੋ ਜਾਂਦੀ ਹੈ। ਸੋ ਆਪਣੇ ਮਨ ਨੂੰ ਸਮਝਣਾ ਜੀ ਕਿ ਆਪਣੇ ਮਨ ਨੇ ਜੇ ਕਿਸੇ ਨੂੰ ਵੀ ਕੁਛ ਦਿੱਤਾ ਤੇ ਦੇ ਕੇ ਜੇ ਇਹ ਗੱਲ ਕਹਿਤੀ ਨਾ ਮੈਂ ਦਿੱਤਾ, ਅੱਗੇ ਦੇ ਨੂੰ ਹਟ ਜਾਏਗਾ, ਅੱਗੇ ਉਹਦਾ ਹੋਣੋਂ ਕਿਰਿਆ ਹਟ ਜਾਏਗੀ, ਫਿਰ ਬੰਦਾ ਸਫਰ ਕਰਦਾ ਹੈ। ਇਸ ਤਰ੍ਹਾਂ ਸਾਡੀ ਸਫਰਿੰਗ ਪ੍ਰੋਲੋਂਗ ਹੁੰਦੀ ਹੈ। ਸੋ ਇਸ ਸਫਰਿੰਗਸ ਤੋਂ ਬਚਣ ਵਾਸਤੇ ਮਹਾਰਾਜ ਕਹਿੰਦੇ ਜਬ ਲਗ ਮੇਰੀ ਮੇਰੀ ਕਰੈ तब लग काज एक नहीं सरै, जब मेरी मेरी मिट जाए तब प्रभ काज सवारे है। फिर जिथे मैनू ये समझ आती है ना, मेरा मिटना रब दा होना है, मेरा अपने आप को जनाना सफरिंग्स विच लैके जाना। जब लग जाने मुझते कछ होए तब इसको सुख ना ही कोई, जब यह जाने मैं किछ करता तब लग गर्भ जौन में फिरता। ध्यान रखना, सो मेरा मिटना रब दा होना है। ऐसे नानक सच्चे पातशाह जी जिਉਂਦੇ जी दी ज्योति जोत विच जोत रल गई सी। आखो सतनाम। ध्यान रखना, हुण आपां शब्द पढ़ रहे सी ना, सूरज किरण मिले जल का जल हुआ राम। ये शरीर छड्डण तो बाद दे शब्द नहीं हैं, ये जिਉਂਦਿਆਂ जी रब दे विच ज्योति विच जोत समा गई। ध्यान रखना, जिਉਂਦਿਆਂ जी हरेक बंदा मरण तो पहला मिट जाए। महाराज कहते ओनू जीवन मुक्त कहते हैं भाई। आखो सतनाम। जीवन मुक्त सो आखीए मर जीवै मरीआ। आ शब्द साडे किते रोज़ गुरुद्वारियां दे विच प्रचार करन लग जान ना जी लोग, दुनिया सिख बन जाए, दुनिया रब वर्गे होण लग जान, दुनिया घट बैठे रब नूं चितारन लग जान, दुनिया अपने आप नूं चितारन तो भै खावे। ऐसी अवस्था साड़ी सिखां दी बनन लग जाए कि दुनिया देखन लग जाए कि तां रब दा रूप ने सारे। आखो सतनाम। ऐसी अवस्था सब दी बननी है। जे इस जन्म च नहीं बनेगी फिर अगला जन्म खड़ा है ना। रब नहीं थकेगा, आपां जन्म लेंदे रहांगे। महाराज कहते भाई बहुत बड़ी तकलीफ है, एक दुख राम राय काटो मेरा, अगन दहे अर गर्भ वसेरा। सो इस मूल मंत्र नूं सुनियो। एक मालिक जिहदी तीनों सिस्टम के उत्ते हमेशा छत्र छाया बनी रहिंदी है। ध्यान रखना, उहनूं एक ओंकार कहते हैं। ध्यान रखना, एक दा अर्थ आपां कल नूं दीवान च करांगे, पर हुण आपां इत्थे आओ। अगला शब्द है सतनाम। सतनाम का की अर्थ होया जी? सतनाम का अर्थ होया हमेशा रब दा नाम लेना। हुण जिवें ईश्वर सिंह आ मेरा नाम, है ना, मेरा नाम ईश्वर सिंह है, तो मैं हुण रब दा नाम किवें लवां? सुनो कि जदों मेरा नाम लोग लैण ना कि तुसी ईश्वर सिंह जी बहुत अच्छा काम करते हो, तो मेरा मन की कहे? मेरा मन कहे मालिक ये ईश्वर सिंह मैं नहीं हाँ, ये तू है, ये तेनू बुला रहे ने। ये जिहड़ा मेरा नाम रखिया सी ईश्वर सिंह, ये मालिक ये तेरा नाम सी। मैनू तां लोग समझते सी कि मैं चंगा काम करदा, पर करदा तू सी, लोकां नू पता नहीं है। कबीर साहब कहते ने, कहते कबीरा तू ही, की कहते ने? कबीरा
तू ही, जिवें मैं कह रहा ना ईश्वर सिंह मैं नहीं तू ही है ना, आए कबीर साहब कहते हैं कबीरा तू ही, कबीर तू, तेरो नाम कबीर, कहते तेरा नाम कबीर है। यानी तुसीं अंदाजा लगाओ तुहाडा कोई भी नाम होवे जो गुरु ग्रंथ साहिब जी तो तुहाडे लए होए ने बचपन तो, ते जदों तुसीं कोई अच्छा काम कर रहे हो तां तुहानूं लोग बुला रहे ने ना, तां तुहानूं लोग याद कर रहे ने, आपां नूं तां लोग याद करदे ने। जदों लोग सानूं कहण कि ईश्वर सिंह जी तुसीं बहुत अच्छा काम कीता, बीइंग ए सिख मेरे मन ने किवें रिस्पोंड करना है? मेरे मन ने कहना है मेरे मालिक इन्हां नूं पता नहीं है, ये मेरी सिर्फ सराहना कर रहे ने, जे लोग सलाहे तां तेरी उपमा। गल समझ आई? जदों लोग अपनी प्रेस करन ते साडे मन नूं जे किते अंडरस्टैंडिंग होवे ब्लॉक ना करे, कहे मारे पास ऑन कर दे रब नूं कि मेरे मालिक ये तेरी प्रेज है मेरी नहीं। आखो सतनाम, कहो नानक सब तेरी वडियाई, कोई नाओ ना जाने मेरा, है ना। दिस इज हाउ वी हैव टू मूव बीइंग ए सिख। असीं ये गल सिखी है, गुरु तो सिखी है, सानू गुरु ने गल सिखाई है, ध्यान रखना। सो कदे नहीं अपना नाम जदों लोग साडी प्रेस करन अपने नाम दे नाल हंकार नहीं करना, ध्यान रखना। हरक सोक ते रहे अतीता, तिन जग तत्त पछाना। असी हरखना नहीं, हरखन का अर्थ है जदों साडी लोग प्रेस करन ते चौड़े होके नहीं तुरना, ध्यान रखना। जदों साडी लोग प्रेस करन उन्नी नम्रता विच होना, उन्ने हंबल होना कि मालिक तेरी वडियाई है मेरी नहीं। आखो सतनाम। सो दिस इज द राइटफुल राइटियस वे ऑफ लिविंग ऑन दिस अर्थ, righteous way. Every human has to learn this. That's why Maharaj said you just be a Sikh learner. ध्यान रखना, सिख का अर्थ है लर्नर, बस nothing else, nothing more, nothing less, ध्यान रखना। So we all are Sikhs. Sikhs का अर्थ है we all are learners from the God's expression which has come through human. थोड़े बंदियां विचों रब ने बोलना है, we have to recognize, our mind has to recognize that. सो ख्याल करियो, आए सतनाम, हमेशा रब का नाम लेना, अपने आप को नहीं जनाना। फिर करता, अपने आप को करता नहीं कहना, कदे भी किसी बंदे ने ये मैं कीता जी मेरा कीता होया नहीं बोलना, नहीं बोलना। जदों कीता होवे कहना मालिक तेरा कीता है, शुक्र है तेरा धन्यवाद। फिर ऐसा बंदा जिस वेले करते नूं करता कहन लग जाए, वो बंदा फिर पुरख नाल मिलता है। कहते इस जग में पुरख एक है होर सगली नार सवाई। यू नो व्हाट डज इट मीन कि जदों चाहे औरत देवे चाहे मर्द देवे, असी दोनों जीव रूपी स्त्रियां हाँ ते रब साडा खसम है, ध्यान रखना। नानक का भी वही खसम सी, कहते ताइयों कहते जैसी मैं आवे खसम की बाणी तैसड़ा करी ज्ञान वेला। जिन्हों नानक पाशा कहते खसम सारे ते कम जात, नानक नाव है बांसुनाथ। कहते जिहड़ा खसम दे नाल जीव रूपी स्त्री कनैक्ट करन लग जाए, मन कनैक्ट करन लग जाए, कहते फिर वो बंदा निरभाव होण लग जाता है। निरभाव जपे सगल भाव मिटे, ध्यान रखना। रब नूं निरभाव जानना, उहदे नाल रहना, घट बैठे रब दे गुण गाउंदे रहना, अपने आप नूं नहीं जनाउणा। कहते ऐसा जीवन विच निरभाव संग तुम्हारे बसते, ये डरन कहाँ ते आया, है ना। जे रब मेरे नाल निरभाव मेरे नाल वसदा होवे, मेरा मन डरदा क्यों है? कहते डरदा तां है हाले मन रब नूं दूर समझदा है। डर डर मरते जब जानिए दूर, ध्यान रखना। डर चुका देखिया भरपूर। सो अपने मन की अवस्था महाराज नाल दी नाल दस रहे ने। कहते भाई रब निरभाव है, तू ओदे गुण गाया कर, तू भी निरभाव हो जाएगा। जिन निरभाव जिन हर निरभाव त्याया जी, तिनका भाव सब गवासी, है ना। फिर निर्वैर, नेक्स्ट वर्ड इज निर्वैर। और रब किसी नाल वैर विरोध नहीं ना करता, सब दे विच वसदा है। मेरा मन क्यों लोकां नाल वैर विरोध करता है? कहते जिस वेले रब दे नाल साडा मन वसन लग जाएगा, फिर मन किसी नाल वैर विरोध नहीं करेगा जी। ना को बैरी नहीं बेगाना, सगल संग हमको बनियाई। महाराज कहते सबको मीत हम आपन कीना, हम सबना के साजन। दिस हाउ द गुरु नानक वॉज गिवन द मूल मंत्र साहिब। दिस इज हाउ गुरु नानक हैज स्प्रेड दिस मूल मंत्र साहिब इन दिस वर्ल्ड, ध्यान रखना। महाराज ने फिर कहा भाई रब अकाल मूरत है,
यानी ਉਹਦੀ ਮੂਰਤ ਕਾਲ ਦੇ ਬੰਧਨ 'ਚ ਨਹੀਂ ਹੋ ਸਕਦੀ। ਕੋਈ ਨਹੀਂ ਕਹਿ ਸਕਦਾ ਕਿ ਪਹਿਲਾਂ ਰੱਬ ਸੀ ਤੇ ਹੁਣ ਨਹੀਂ ਹੈ, ਹੁਣ ਕੋਈ ਵੱਖਰਾ ਹੋਏਗਾ, ਐਸਾ ਨਹੀਂ। ਉਹ ਹਮੇਸ਼ਾ ਵਰਤਦਾ ਹੈ। ਉਹਦੀ ਪਰਸਨੈਲਿਟੀ ਇਜ਼ ਬਿਯੋਂਡ ਟਾਈਮ, ਟਾਈਮ ਡਜ਼ ਨਾਟ ਅਫੈਕਟ ਹਿਮ। ਧਿਆਨ ਰੱਖਣਾ, ਉਹ ਆਦ ਸੱਚ ਹੈ, ਜੁਗਾਦ ਸੱਚ ਹੈ, ਹੁਣ ਵੀ ਸੱਚ ਹੈ, ਅੱਗੇ ਨੂੰ ਵੀ ਸੱਚ ਰਹੇਗਾ। ਸੱਚ ਪੁਰਾਣਾ ਨਹੀਂ ਹੋ ਸਕਦਾ। ਸੱਚ ਪੁਰਾਣਾ ਨਾ ਥੀਏ ਸੀਤਾ ਕਦੇ ਨਾ ਪਾਟੇ। ਧਿਆਨ ਰੱਖਣਾ, ਸੱਚ ਪੁਰਾਣਾ ਨਹੀਂ ਹੋਏਗਾ। ਇਹ ਵਕਤੀ ਸੱਚ ਨਹੀਂ ਹੈ, ਇਹ ਸੱਚ ਹਮੇਸ਼ਾ ਸੱਚ ਰਹਿਣ ਵਾਲਾ। ਕਹਿੰਦੇ ਉਹਦੀ ਮੂਰਤ ਕਾਲ ਤੋਂ ਪਰੇ ਹੈ। ਜੇ ਮੇਰਾ ਮਨ ਉਸ ਦੇ ਨਾਲ ਪ੍ਰੇਸ ਕਰਦੇ 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 ਉਸ ਦੇ ਵਿੱਚ ਮਰਜ ਹੁੰਦਾ ਜਾਏਗਾ ਤੇ ਮੇਰੀ ਪਰਸਨੈਲਿਟੀ ਵੀ ਬਿਯੋਂਡ ਟਾਈਮ ਮੂਵ ਕਰੇਗੀ। ਅਕਾਲ ਮੂਰਤ ਵਰ ਪਾਇਆ ਅਬਨਾਸੀ, ਨਾ ਕਦੇ ਮਰੇ ਨਾ ਜਾਇਆ। ਧਿਆਨ, ਨੈਕਸਟ ਵਰਡ ਵਾਸ ਅਜੂਨੀ। ਕਹਿੰਦੇ ਭਾਈ ਉਹ ਰੱਬ ਜੋਨੀਆਂ 'ਚ ਨਹੀਂ ਆਉਂਦਾ। ਕਦੇ ਨਹੀਂ ਕਹਿਣਾ ਰੱਬ ਪੈਦਾ ਹੋ ਗਿਆ, ਨਹੀਂ ਕਹਿਣਾ। ਕਹਿੰਦੇ ਉਹ ਜੋਨੀਆਂ 'ਚ ਨਹੀਂ ਆਉਂਦਾ, ਪਰ ਆਹ ਸਾਰੀ ਸਾਡੀ ਜੋਨੀਆਂ ਨੂੰ ਉਹ ਆਪ ਰੱਖਦਾ ਤੇ ਆਪ ਉਹਦੇ ਨਾਲ ਆਪ ਵਸਦਾ ਹੈ। ਧਿਆਨ ਰੱਖਣਾ, ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ। ਉਹ ਜੋਨੀਆਂ 'ਚ ਨਹੀਂ ਆਉਂਦਾ, ਉਹ ਜੋਨੀਆਂ ਦੀ ਲਾਜ ਰੱਖਦਾ ਹੈ। ਧਿਆਨ ਰੱਖਣਾ, ਉਹਨੂੰ ਪ੍ਰੋਟੈਕਟ ਕਰਦਾ ਹੈ। ਸੋ ਸੱਚੇ ਪਾਤਸ਼ਾਹ ਕਹਿੰਦੇ ਉਹ ਰੱਬ ਅਜੋਨੀ ਹੈ। ਹੁਣ ਲਾਸਟ ਵਰਡ ਇਜ਼ ਬਿਊਟੀਫੁਲ ਵਰਡ, ਸੈ ਪੰਗ। ਕਿਹੜਾ ਵਰਡ ਹੈ? ਸੈ ਪੰਗ। ਯੂ ਨੋ ਵਾਟ ਡਜ਼ ਇਟ मीन? मेरा स्वयं भंग हो जाए, मेरी मन की अवस्था आइडेंटिटी खत्म हो जाए। जब हम होते तब तू नाही, अब तू ही मैं नाही। ता समझो मैनू मूल मंत्र समझ आया जी। कितना ब्यूटीफुल कॉन्सेप्ट है महाराज का, देखो, है ना। सो फिर एक बार पढ़ो, एक ओंकार सतनाम करता पुरख निर्भव निर्वैर अकाल मूरत अजूनी सै भंग गुर प्रसाद। ये किमें मिलेगा? ये अंडरस्टैंडिंग किमें साडे अंदर प्रिवेल करेगी? जदों गुरु तो असीं गुर लैके इहदी बख्शिश प्राप्त करांगे। ध्यान रखना, रोज़ गुरु तो गुर सिखना। ताइयों सानूं कहंदे गुर सिख, गुरमुख बन, है ना। आ जिहड़े गुर शब्द आ रहे ने, ये मन गुरु तो गुर लेना, ऐसा गुर प्रसाद प्राप्त करके जपना, ऐसा रेसिटेशन। जदों तक साडे मन में गुर प्रसाद ना बसे, रेसिटेशन नहीं हो पाएगा। रब नूं रिसाइट नहीं कर पावांगे। उस रब नूं ये रिसाइट करन दा रास्ता है आद सच जुगाद सच। जदों तो सृष्टि बनी है उदों तो यह सच प्रिवेल कर रहा सी। जदों तो युग बने, टाइम स्टार्ट होया, उदों तो ये सच हमेशा टिकिया रहा। ये हुण भी सच है। नानक नूं रब कह रहे ने, नानक होसी भी सच। गॉड इज रिवीलिंग टू गुरु नानक कि नानक अगे नूं भी ये सच रहना है, ट्रुथ। ध्यान रखना। सो एक बार हिरदे च बसायो। महाराज कहते भाई लोग समझते हैं गीत है, ये ब्रह्म दी विचार है। एक बार आ शब्द पढ़ के नाल 5 मिनट की शब्द अपने नाल दी नाल समाप्ति करांगे। लोक जाने ये गीत है, ये तो ब्रह्म विचार। पढ़ो जरा प्यार। लोग जाने एहो गीत है, लोग जाने एहो गीत है, एह तो ब्रह्म विचार, एह तो ब्रह्म विचार। लोग जाने एहो गीत है, लोग जाने एहो गीत है, एह तो ब्रह्म विचार, एह तो ब्रह्म विचार। जो कसी उपदेश होए, जो कसी उपदेश होए, मानस
जोग एका मिले के बहोए महोए के बहोए महोए जित घट नाम नाम उपजे फूट मरे जन सोए फूट मरे जन सोए सावर सुंदर रामैया मेरा मन लागा तो है मेरा मन लागा तो है जो काशी उपदेश होए जो काशी उपदेश होए मानस मरती बार एह तो भ्रम विचार एह तो भ्रम विचार लोग जाने हो गीत है लोग जाने हो गीत है एह तो ब्रह्म विचार एह तो ब्रह्म विचार। साध मिले सिद्ध पाइए के हो जोग के भोग के हो जोग के भोग दोह मिल कारज उपजे राम नाम संजोग राम नाम संजोग कोई गावे को सुने हर नामा चित लाए हर नामा चित लाए कहो कबीर संसार नहीं आत परम गत पाए आत परम गत पाए जो काशी उपदेश होए जो काशी उपदेश होए मानस मरती बार एह तो ब्रह्म विचार एह तो ब्रह्म विचार लोग जाने हो गीत है लोग जाने हो गीत है एह तो ब्रह्म विचार एह तो ब्रह्म विचार एह तो ब्रह्म विचार एह तो ब्रह्म विचार। संत जी संत जी आओ सारे रल मिल के संत जना मिल हर जस गायो। कल दा ते परसों का भी दीवान इत्थे ही होएगा संगत ने बेनती की है। सो असी अज दा अखीरला करके चले जाना सी पर संगत की बेनती करके असी 2 दिन होर असी विचार करांगे बाणी दी। अगर किसी ने भी बाणी नूं समझण की कोशिश करनी है तो ये साडा यूट्यूब चैनल के उत्ते जिन्ना भी रिकॉर्डिंग होंदी है यूट्यूब ते पा दिन्ने आ ते उत्थे तुसीं फिर सुन सकते हो। ध्यान रखना। सो सारी संगत का बहुत बहुत धन्यवाद। गुरबाणी जी की विचार करदिआं बाणी पढ़दिआं अनेकां प्रकार दीआं गलतियां बेअदबियां त्रुटियां रह गईयां। हाँ जी
ਅਣਜਾਣ ਬੱਚੇ ਸਮਝ ਕੇ ਮਾਫ ਕਰਨਾ ਸੰਗਤ ਅਤੇ ਸਤਿਗੁਰ ਸੱਚੇ ਪਾਤਸ਼ਾਹ ਬਖਸ਼ਣਯੋਗ ਹਨ। ਕੱਲ ਦਾ ਤੇ ਪਰਸੋਂ ਦਾ ਦੀਵਾਨ ਇਸ ਤਰ੍ਹਾਂ ਹੀ ਸਜੇਗਾ ਜੀ। ਪੜੋ ਜਰਾ ਪਿਆਰ ਨਾਲ। ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁਖ ਗਵਾਇਓ। ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦਿਵਾਇਓ। ਸਰਬ ਸੁਖ ਹਰ ਨਾਮ ਵਡਾਈ, ਗੁਰ ਪ੍ਰਸਾਦ ਨਾਨਕ ਮਤ ਪਾਏ। ਸਲੋ ਪਵਨ ਗੁਰੂ ਪਾਣੇ ਪਿਤਾ, ਮਾਤਾ ਧਰਤ ਮਹਤ। ਦਿਵਸ ਰਾਤ ਦੋਇ ਦਾਈ, ਦਾਇਆ ਖੇਲੇ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਦੂਰ, ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ। ਜਿਨੇ ਨਾਮ ਧਿਆਇਆ ਗਏ ਮਸਕਤ ਘਾਰ, ਨਾਨਕ ਤੇ ਮੁਖ ਉਜਲੇ ਕੀਤੀ ਛੋਟੇ ਨਾਲ। ਜਿਨੇ ਨਾਮ ਧਿਆਇਆ ਗਏ ਮਸਕਤ ਘਾਰ, ਨਾਨਕ ਤੇ ਮੁਖ ਉਜਲੇ ਕੀਤੀ ਛੋਟੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਵਾਹਿਗੁਰੂ